बड़ा स्पष्ट ते क्लीयर ये गल कहनी चाहुंदा कि असीं संत जरनैल सिंह भिंडरां वालियां दे समर्थक हाँ, सेवक हाँ। और मेरे ते सारे ही जड़े है हले तक मैंने रिटायर होया भी 10 साल के करीब हो चुके हैं, अज तक एक व्यक्ति ने मेरे ते शिकायत नहीं की और ना ही मैं किसी झूठे मुकाबले शामिल रहा। ਜਿਹੜਾ व्यक्ति नौजवानों का कातल पुलिस अफसर रहा होवे वो अज 4 धार्मिक किताबां लिख के लैक्चर करके संगतां नूं गुमराह करदा। इस करके मैं सचेत कीता सी संगतां नूं, होर मेरी इस बंदे नाल कोई निजी लड़ाई नहीं है कि संत जरनैल सिंह की गिरफ्तारी वेले अमृतधारी सिंह चाहिदा सी और मैं ही उन्हां नूं नाल गया लैके गया सी। मैनू सरदार इकबाल सिंह जी संत जरनैल सिंह की वो मंग दस देण जिहदे च उन्होंने मंग की आ कि मैनू अमृतधारी व्यक्ति ही गिरफ्तार करना भी। मैं तो यह भी शक है कि तुसीं उस वेले अमृत छकिया सी नहीं सी, इस गल की तुसीं क्या गारंटी दिंदे इस गल की जी। ये वीडियो जिहड़ी हैगी आ जी, ये सरदार इकबाल सिंह होना ने बना के ये 7 मिनट 26 सैकेंड की वीडियो आ, ये सोशल मीडिया के उत्ते अपलोड की सी। ਜਿਹੜਾ व्यक्ति अपने आप नूं सिख विद्वान कहता, सिख बुद्धिजीवी कहता, सिखां दा नुमाइंदा अखवाउण दा यतन करता, कुछ है भावें सरदार इकबाल सिंह ਜਿਹੜੇ मैं कहांगा कि RSS ਦੇ ਏਜੰਟ आ कि एक वो व्यक्ति मैं उन्हें भद्र पुरुष नहीं कहांगा ਜਿਹਦੇ ਤੇ ਆਪਣੇ 100 इल्जाम है, शराबी है, गुरुद्वारियां दे विचों हेरा फेरिया करदा रहा। मैनू शराबी कहा, मेरा इलाका जानदा, सब तो वड्डा सर्टिफिकेट पिंड तो मिलता हुंदा जिथे दा बंदा वासी होवे। ये मेरे पिंड दे विच जाके जे मेरे विरोधी भी कह देण कि गोगी शराब पींदा तां मैं इकबाल सिंह जी दे कोल जाके माफ़ी मंग के आऊँगा। माफ़ी मंगण दी तां गल बहुत वड्डी दूर दी आ। मैं जिहड़े तुहाडे ते दोष लाए आ, ये तुहाडे जिहड़े दोष हैगे आ ਇਹ ਮੇਰੇ ਕਾਇਮ ਆ। ਤੁਸੀਂ ਜੇ ਮੇਰੇ ਤੇ ਮਾਣਹਾਨੀ ਦਾ ਕੇਸ ਪਾਉਣਾ ਤੁਸੀਂ ਦੇਰ ਹੀ ਨਾ ਕਰੋ। ਇਹ ਜਿਹੜੇ ਆਪਣੇ ਆਪ ਨੂੰ ਸਤੇ ਸਵਿਤਰੇ ਬਣਦੇ ਆ, ਇਹ ਗੱਲਾਂ ਨਾਲ ਨਹੀਂ ਬਣਨੇ ਹੈਗੇ। ਇਹਨਾਂ ਨੂੰ ਅਸੀਂ RSS ਦੇ ਥਰੂ ਜਿਹੜਾ RSS ਨੇ ਰਣਨੀਤੀ ਬਣਾਈ ਆ ਵੀ ਸਿੱਖਾਂ 'ਚ ਐਂਟਰ ਕਰਨਾ, ਉਹ ਮੈਂ ਕਦਾਚਿਤ ਆਪਣੇ ਇਲਾਕੇ 'ਚ ਨਹੀਂ ਹੋਣ ਦਊਂ। ਇਹਨਾਂ ਦਾ ਜਿੱਥੇ ਤੱਕ ਮੇਰੀ ਜਾਣਕਾਰੀ 1 ਲੱਖ 1.5 ਲੱਖ ਰੁਪਏ ਦੀ ਸਾਰੀ ਇਹਨਾਂ ਦਵਾਈ ਖਰੀਦੀ ਆ। ਕੀ 1 ਲੱਖ 1.5 ਲੱਖ ਰੁਪਏ ਦੀ ਦਵਾਈ ਦੇ ਨਾਲ ਜਿਹੜੇ ਸਾਰਾ ਇਲਾਕੇ ਦੇ ਵਿੱਚ ਸੈਨੀਟਾਈਜ਼ ਹੋ ਸਕਦਾ? ਇਹ ਵੀ ਇੱਕ ਡਰਾਮਾ ਕੀਤਾ ਗਿਆ ਕਿ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਸਪੋਕਸਮੈਨ ਨੇ ਉਹਨਾਂ ਦੀ ਬੈਕਗਰਾਉਂਡ RSS ਦੀ ਆ। ਜਿੰਨੇ ਮੁੱਖ ਮੰਤਰੀ ਜਿਹੜੇ ਅੱਜ ਭਾਰਤੀ ਜਨਤਾ ਪਾਰਟੀ ਦੇ ਆ, ਉਹਨਾਂ ਦੀ ਬੈਕਗਰਾਉਂਡ ਜਿਹੜੀ ਹੈਗੀ ਆ RSS ਤੋਂ ਆ। ਤੁਹਾਡਾ ਕਹਿਣ ਦਾ ਮਤਲਬ ਕੀ ਆ ਜਿਹੜੀ BJP RSS ਦੇ ਨਾਲ ਸੰਬੰਧ RSS ਦੀ ਪਾਰਟੀ ਆ? ਬਿਲਕੁਲ ਜੀ, ਇਹ ਤਾਂ ਉਹਨਾਂ ਦਾ ਸੰਵਿਧਾਨ ਕਹਿੰਦਾ ਏ, ਇਹ ਤਾਂ BJP ਦਾ ਸੰਵਿਧਾਨ ਕਹਿ ਰਿਹਾ ਕਿ BJP ਭਾਵੇਂ ਇੱਕ ਪਾਰਟੀ ਆ ਪਰ ਬੇਸਿਕਲੀ RSS ਦਾ BJP ਵਿੰਗ ਆ। ਕਿਉਂਕਿ ਜੀ ਅੱਜ ਤੁਸੀਂ ਕਹਿ ਰਹੇ ਹੋ ਕਿ BJP RSS ਆ, RSS BJP ਆ, ਹਾਂਜੀ, ਤੇ 30-35 ਸਾਲ ਫਿਰ ਤੁਸੀਂ ਵੀ ਤਾਂ RSS ਦਾ ਹਿੱਸਾ ਰਹੇ ਹੋ, ਅਕਾਲੀ ਦਲ ਦਾ। ਕਿਉਂ ਜਦ ਪਤਾ ਸੀਗਾ RSS ਆ, ਕਿਉਂ ਜਾ ਕੇ ਫਿਰ ਉਹਨਾਂ 'ਚ ਕੁਰਸੀਆਂ ਦਾ ਆਨੰਦ ਮਾੜਿਆ ਜਿਹੜੇ ਹੈਗੇ ਉਹਦੇ ਲਈ ਬੜੇ ਮੰਤਰੀਆਂ ਦੇ? ਇਹ ਪਾਰਟੀ ਨੇ ਕੀਤਾ, ਪਰ ਅੱਜ ਜੇ ਪਾਰਟੀ ਨੇ ਕੀਤਾ ਸੀਗਾ ਤੇ ਤੁਹਾਡਾ ਜਾਗਦੀ ਜ਼ਮੀਰ ਸੀ, ਤੁਸੀਂ ਪਾਰਟੀ ਛੱਡ ਸਕਦੇ ਸੀ, ਤੁਸੀਂ ਵੀ ਤਾਂ ਵਿੱਚੇ ਸੀ ਪਾਰਟੀ ਦੇ। ਨਹੀਂ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜਿਹੜਾ ਹੈਗਾ ਸੀ ਸਿਆਸੀ ਸਮਝੌਤਾ ਕੀਤਾ ਜੀ, ਇੱਕ ਪਾਸੇ ਤੁਸੀਂ ਕਹਿੰਦੇ ਸਿੱਖ ਵਿਰੋਧੀ ਪਾਰਟੀ ਹੈ। ਜੇ ਸਿੱਖ ਵਿਰੋਧੀ ਪਾਰਟੀ ਆ ਤੇ ਤੁਸੀਂ ਸਿੱਖ ਹੋਣ ਦੇ ਨਾਤੇ ਕਿਵੇਂ ਸਿਆਸੀ ਸਮਝੌਤਾ ਕਰ ਲਿਆ ਉਹਨਾਂ ਨਾਲ? ਤਾਂ ਕੱਲ੍ਹ ਨੂੰ ਤਾਂ ਤੁਸੀਂ ਲਾਲਪੁਰਾ ਸਾਹਿਬ ਨੂੰ ਅੱਜ ਕਹਿ ਰਹੇ ਤੁਸੀਂ ਸਿੱਖ ਵਿਰੋਧੀ ਹੋ, ਕੱਲ੍ਹ ਨੂੰ ਤੁਸੀਂ ਉਹਨਾਂ ਨਾਲ ਵੀ ਸਿਆਸੀ ਸਮਝੌਤਾ ਕਰ ਸਕਦੇ ਫਿਰ? ਕਿ ਸਿਆਸੀ ਸਮਝੌਤਾ ਤਾਂ ਕਿਸੇ ਨਾਲ ਵੀ ਹੋ ਸਕਦਾ। ਨਹੀਂ, ਜਦੋਂ ਤੁਸੀਂ ਮੰਨਦੇ ਸਿੱਖਾਂ ਦੇ ਤੁਸੀਂ ਅਸੀਂ ਸਿੱਖ ਹਿਤੈਸ਼ੀ ਆ, ਸਿੱਖ ਨੌਜਵਾਨਾਂ ਦੇ ਨਾਲ ਆ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਆ, ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਆ, ਸਿੱਖਾਂ ਦੇ ਖਿਲਾਫ, ਉਹਦੇ ਨਾਲ ਕਿੱਦਾਂ ਸਿਆਸੀ ਸਮਝੌਤਾ ਕਰ ਸਕਦੇ? ਦੇਖੋ ਜੀ, ਮੈਨੂੰ ਤਾਂ ਇਹ ਸਪਸ਼ਟ ਤੁਸੀਂ ਇਹ ਕਰੋ ਵੀ ਜਿਹੜੀ ਇੱਕ ਪਾਸੇ ਤੁਸੀਂ ਕਹਿ ਰਹੇ ਆ ਵੀ ਉਹ ਸਿੱਖ ਵਿਰੋਧੀ ਆ, RSS ਆ, ਸਿੱਖਾਂ ਦੀ ਵਿਰੋਧੀ ਪਾਰਟੀ ਆ। ਜੇ ਸਿੱਖਾਂ ਦੀ ਵਿਰੋਧੀ ਪਾਰਟੀ ਆ ਫਿਰ ਸਮਝੌਤਾ ਕਿਵੇਂ? ਤੁਹਾਨੂੰ ਪਹਿਲਾਂ ਧਰਮ ਆ ਜਾਂ ਸਿਆਸਤ ਆ? ਪਹਿਲਾਂ ਸਮਝੌਤਾ RSS ਦੇ ਜਿਹੜਾ ਗੱਠਜੋੜ BJP ਔਰ RSS ਇਸ ਕਰਕੇ ਤੋੜਿਆ ਗਿਆ ਜਾਂ ਕਿਸਾਨ ਵਿਰੋਧੀ ਜਿਹੜੇ ਬਿੱਲ ਆਏ ਆ ਉਹਨਾਂ ਕਰਕੇ ਤੋੜਿਆ ਗਿਆ ਸਮਝੌਤਾ? ਇਹ ਸਾਰੀਆਂ ਗੱਲਾਂ ਵਿੱਚ ਹੋਈਆਂ। हाँ अकाली दल की सरकार च बेअदबियां हुई, असीं मानते हैं,
ਉਸ ਵੇਲੇ ਜਿਹੜੀ ਅਕਾਲੀ ਦਲ ਦੀ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਹੈਗੀ, ਉਹ ਵੀ ਕੋਈ ਚੰਗਾ ਕੰਮ ਨਹੀਂ ਕੀਤਾ। ਇਲਜ਼ਾਮ ਇਹ ਲਾਇਆ ਸੀ ਕਿ ਇੱਕ ਪੁਲਿਸ ਅਫਸਰ ਜਿਹੜਾ ਹੈਗਾ SSP ਰਿਹਾ ਹੋਵੇ, ਕਿਸੇ ਪੁਲਿਸ ਅਫਸਰ ਦੇ ਮੇਰਾ ਖਿਆਲ ਅੱਜ ਤੱਕ 10 ਜਹਾਜ਼ ਨਹੀਂ ਬਣੇ ਹੋਣੇ। ਇਹਨਾਂ ਦੇ ਕੋਲ 10 ਜਹਾਜ਼ ਹੈਗੇ ਆ, ਉਹ ਜਹਾਜ਼ ਕਿੱਥੋਂ ਆਏ? ਕੀ ਸਾਡੇ ਵੀ ਤਾਂ ਘਰਾਂ 'ਚ ਸਰਕਾਰੀ ਨੌਕਰ ਆ, ਤੁਹਾਡੇ ਘਰਾਂ 'ਚ ਵੀ ਸਰਕਾਰੀ ਨੌਕਰ ਹੋਣਗੇ। ਕਿਸੇ ਦੇ ਜਹਾਜ਼ ਨਹੀਂ ਬਣੇ, ਕਿਸੇ ਪੁਲਿਸ ਅਫਸਰ ਜਹਾਜ਼ ਨਹੀਂ ਬਣੇ। ਜੇ ਇਹਨਾਂ ਨੇ 2 ਨੰਬਰ ਦੇ ਪੈਸੇ ਇਕੱਠੇ ਕੀਤੇ, ਉਹ 2 ਨੰਬਰ ਦੇ ਪੈਸਿਆਂ ਨੂੰ ਉਧਰ ਬਿਜ਼ਨਸ ਪਾਰਟਨਰ ਲੱਭ ਕੇ ਉਹਨਾਂ ਨਾਲ ਰਲ ਕੇ ਜਿਹੜੀ ਹੈਗੀ ਇਨਵੈਸਟਮੈਂਟ ਕੀਤੀ ਆ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੱਜਣ ਸਿੰਘ ਸੈਣੀ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਅੱਜ ਦੀ ਇੰਟਰਵਿਊ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਸਮੂਹ ਦੇਸ਼ ਵਾਸੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਅਰਦਾਸ ਕਰਦਾ ਪ੍ਰਮਾਤਮਾ ਤੋਂ, ਜਿਸ ਮਕਸਦ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਵੱਲੋਂ ਆਪਣੀ ਜਾਨ ਵਾਰੀ ਸੀ, ਉਹਨਾਂ ਦਾ ਮਕਸਦ ਉਹ ਜਲਦੀ ਪੂਰਾ ਹੋਵੇ। ਸੋ ਅੱਗੇ ਚੱਲਦੇ ਹਾਂ, ਗੱਲ ਕਰਦੇ ਹਾਂ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ। ਜੋ ਕੇਂਦਰ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਦੇ ਬਿੱਲ ਲੈ ਕੇ ਆਂਦੇ ਸੀ, ਉਹਨਾਂ ਉੱਤੇ ਰਾਸ਼ਟਰਪਤੀ ਦੀ ਮੋਹਰ ਲੱਗ ਚੁੱਕੀ ਹੈ ਤੇ ਉਹ ਜੋ ਬਿੱਲ ਸੀ ਕਾਨੂੰਨ ਬਣ ਚੁੱਕੇ ਨੇ। ਪਰੰਤੂ ਅੱਜ ਵੀ ਕਿਸਾਨ ਲਗਾਤਾਰ ਸੜਕਾਂ 'ਤੇ ਨੇ, ਸਿਆਸੀ ਪਾਰਟੀਆਂ ਵੀ ਕਿਸਾਨ ਹਿਤੈਸ਼ੀ ਹੋਣ ਦਾ ਕਹਿ ਕੇ ਵਿਰੋਧ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ। ਇਸ ਨੂੰ ਲੈ ਕੇ ਅਕਾਲੀ ਦਲ ਵੱਲੋਂ ਗੱਠਜੋੜ ਤੋੜ ਦਿੱਤਾ ਗਿਆ ਹੈ, ਕਿਉਂਕਿ ਬਾਰ-ਬਾਰ ਸਿਆਸੀ ਪਾਰਟੀਆਂ ਵੱਲੋਂ, ਅਕਾਲੀ ਦਲ ਦੀਆਂ ਵਿਰੋਧੀ ਪਾਰਟੀਆਂ ਸੀ ਜੋ ਜਾਂ ਕਿਸਾਨ ਜਥੇਬੰਦੀਆਂ ਸੀ, ਉਹਨਾਂ ਵੱਲੋਂ ਅਕਾਲੀ ਦਲ 'ਤੇ ਸਵਾਲ ਚੁੱਕੇ ਜਾ ਰਹੇ ਸੀ ਕਿ ਇੱਕ ਪਾਸੇ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਅਕਾਲੀ ਦਲ ਵੱਲੋਂ ਤੇ ਦੂਜੇ ਪਾਸੇ ਗੱਠਜੋੜ ਵੀ ਜਾਰੀ ਹੈ, ਜਿਸ ਦੇ ਬਾਅਦ ਅਕਾਲੀ ਦਲ ਵੱਲੋਂ ਗੱਠਜੋੜ ਤੋੜ ਦਿੱਤਾ ਗਿਆ ਤੇ ਗੱਠਜੋੜ ਤੋੜਨ ਤੋਂ ਬਾਅਦ ਜੋ ਅਕਾਲੀ ਭਾਜਪਾ ਦਾ 9 ਮਾਸ ਦਾ ਰਿਸ਼ਤਾ ਸੀ, ਉਹ ਟੁੱਟਣ ਦੇ ਬਾਅਦ ਹੁਣ ਦੋਨਾਂ ਪਾਸੇ ਤੋਂ ਸਿਆਸੀ ਜਿਹੜੇ ਹੈਗੇ ਆ ਸ਼ਬਦੀ ਹਮਲੇ ਕੀਤੇ ਜਾ ਰਹੇ ਇੱਕ ਦੂਜੇ 'ਤੇ। ਗੱਲ ਕਰ ਰਹੇ ਹਾਂ ਜੀ ਧਰਨੇ ਦੀ, ਜੋ ਅਕਾਲੀ ਦਲ ਵੱਲੋਂ ਧਰਨਾ ਲਗਾਇਆ ਗਿਆ ਸੀਗਾ ਪੁਲਿਸ ਲਾਈਨ ਦੇ ਨਜ਼ਦੀਕ। ਉਸ ਧਰਨੇ ਦੌਰਾਨ ਸਾਬਕਾ SGPC ਮੈਂਬਰ ਅਕਾਲੀ ਆਗੂ ਗੁਰਿੰਦਰ ਸਿੰਘ ਗੋਗੀ ਵੱਲੋਂ ਇਕਬਾਲ ਸਿੰਘ ਲਾਲਪੁਰਾ ਦੇ ਉੱਤੇ ਕਈ ਵੱਡੇ ਜਿਹੜੇ ਹੈਗੇ ਆ ਦੋਸ਼ ਲਗਾਏ ਸੀ, ਉਹਨਾਂ ਦੇ ਖਿਲਾਫ ਕਈ ਬਿਆਨ ਦਿੱਤੇ ਸੀ, ਜਿਸ ਦੇ ਬਾਅਦ ਇਕਬਾਲਪੁਰਾ ਸਾਹਿਬ ਵੱਲੋਂ ਵੀ ਸੋਸ਼ਲ ਮੀਡੀਆ 'ਤੇ ਉਹਨਾਂ ਦੇ ਉੱਤੇ ਕਈ ਵੀਡੀਓ ਵਾਇਰਲ ਕੀਤੀਆਂ ਗਈਆਂ। ਉਸ 'ਤੇ ਗੱਲ ਕਰਦੇ ਹਾਂ ਗੁਰਿੰਦਰ ਸਿੰਘ ਗੋਗੀ ਦੇ ਨਾਲ ਕਿ ਇਹਨਾਂ ਵੱਲੋਂ ਇਕਬਾਲ ਸਿੰਘ ਲਾਲਪੁਰਾ ਨੂੰ RSS ਦਾ ਏਜੰਟ ਵੀ ਦੱਸਿਆ ਗਿਆ ਹੈ ਤੇ ਜੋ ਉਹਨਾਂ ਵੱਲੋਂ ਕੰਮ ਕੀਤੇ ਜਾ ਰਹੇ ਨੇ ਉਸ 'ਤੇ ਵੀ ਵੱਡੇ ਸਵਾਲ ਖੜੇ ਕੀਤੇ ਗਏ ਨੇ। ਸਾਡੇ ਨਾਲ ਮੌਜੂਦ ਨੇ ਗੁਰਿੰਦਰ ਸਿੰਘ ਗੋਗੀ। ਗੱਲ ਕਰਦੇ ਹਾਂ ਗੋਗੀ ਸਾਹਿਬ, ਤੁਹਾਡੀ ਜਿਹੜੀ ਭਾਸ਼ਣ ਸੀ ਧਰਨੇ ਦੇ ਦੌਰਾਨ, ਉਸ ਨੂੰ ਲੈ ਕੇ ਕਾਫੀ ਵਿਵਾਦ ਉੱਠਿਆ ਹੋਇਆ ਇਕਬਾਲਪੁਰਾ ਸਾਹਿਬ ਦੇ ਨਾਲ, ਕਾਫੀ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਦੂਜੇ ਦੇ ਖਿਲਾਫ ਦੂਸ਼ਣਬਾਜ਼ੀ ਚੱਲ ਰਹੀ ਹੈ। ਕੀ ਕਹਿਣਾ ਚਾਹੁੰਦੇ ਤੁਸੀਂ? RSS ਦੇ ਏਜੰਟ ਦੱਸਿਆ ਉਹਨਾਂ ਨੂੰ ਤੇ ਉਹਨਾਂ ਦਾ ਜੋ ਕੰਮ ਕੀਤਾ ਜਾ ਰਿਹਾ ਪਹਿਲਾਂ ਇਨਸਾਨੀਅਤ ਸੰਸਥਾ ਵੱਲੋਂ, ਉੱਤੇ ਵੀ ਵੱਡੇ ਸਵਾਲ ਖੜੇ ਕੀਤੇ। ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਪੰਜਾਬੀ ਲੋਕ ਚੈਨਲ ਦੀ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਅਤੇ ਪੰਜਾਬੀ ਲੋਕ ਚੈਨਲ ਦੇਖ ਰਹੇ ਸਰੋਤਿਆਂ ਨੂੰ ਬੜੇ ਅਦਬ ਤੇ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਮੈਂ ਅੱਜ ਸਮੁੱਚੇ ਦੇਸ਼ ਵਾਸੀਆਂ ਨੂੰ ਸਰਦਾਰ ਭਗਤ ਸਿੰਘ ਸ਼ਹੀਦੇ ਆਜ਼ਮ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੰਦਾ। ਜਿੱਥੋਂ ਤੱਕ ਤੁਸੀਂ ਸੱਜਣ ਜੀ ਸਵਾਲ ਪੁੱਛਿਆ ਇਕਬਾਲ ਸਿੰਘ ਲਾਲਪੁਰਾ ਜੀ ਦਾ, ਜਿਹੜੇ ਮੈਂ 25 ਤਰੀਕ ਨੂੰ ਸਟੇਜ ਦੇ ਉੱਤੇ ਉਹਨਾਂ ਦੇ ਖਿਲਾਫ ਦੋਸ਼ ਲਾਏ ਸਨ, ਉਹ ਦੋਸ਼ ਮੈਂ ਕੋਈ ਆਪਣੇ ਕੋਲੋਂ ਨਹੀਂ ਲਾਏ। ਮੇਰੀ ਕੋਈ ਸਰਦਾਰ ਇਕਬਾਲ ਸਿੰਘ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ। ਇਕਬਾਲ ਸਿੰਘ ਲਾਲਪੁਰਾ ਜੀ 2009-10 ਦੇ ਕਰੀਬ ਰਿਟਾਇਰ ਹੋਏ ਆ। 10 ਸਾਲ ਉਹ ਇਸ ਇਲਾਕੇ 'ਚ ਵਿਚਰਦੇ ਰਹੇ ਆ, ਸਿੱਖ ਵਿਦਵਾਨ ਦੇ ਤੌਰ 'ਤੇ ਵਿਚਰਦੇ ਰਹੇ ਆ। ਪਰ ਕੁਝ ਸਮਾਂ ਪਹਿਲਾਂ YouTube ਦੇ ਉੱਤੇ ਪੰਜਾਬ TV ਨਾਮ ਦਾ ਇੱਕ ਚੈਨਲ ਹੈ, ਉਹਦੇ ਉੱਤੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਦੀ ਇੱਕ ਇੰਟਰਵਿਊ ਆਡੀਓ ਵਾਇਰਲ ਹੋਈ ਆ। ਉਸ ਇੰਟਰਵਿਊ ਦੇ ਵਿੱਚ ਸਰਦਾਰ ਇਕਬਾਲ ਸਿੰਘ ਹੋਣਾ ਨੇ ਆਪ ਖੁਦ ਤਸਲੀਮ ਕੀਤਾ
ਕਿ ਮੈਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰਨ ਵਾਲੀ ਟੀਮ ਦੇ ਵਿੱਚ ਮੈਂਬਰ ਸੀ ਅਤੇ ਇੱਥੇ ਹੀ ਬਸ ਨਹੀਂ ਕਿ ਉਦੋਂ ਜਦੋਂ ਗ੍ਰਿਫਤਾਰ ਕੀਤਾ ਉਦੋਂ ਗੋਲੀ ਚੱਲੀ ਆ, ਬਹੁਤ ਸਾਰੇ ਸਿੰਘ ਸ਼ਹੀਦ ਹੋਏ ਆ। ਇਹ ਕਹਿ ਰਹੇ ਸਾਨੂੰ ਮਜਬੂਰੀ 'ਚ ਗੋਲੀ ਚਲਾਉਣੀ ਪਈ। ਇਸ ਕਰਕੇ ਮੈਂ ਬੜਾ ਸਪਸ਼ਟ ਤੇ ਕਲੀਅਰ ਇਹ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਸਮਰਥਕ ਹਾਂ, ਸੇਵਕ ਹਾਂ। ਜਿਹੜਾ ਵਿਅਕਤੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਗ੍ਰਿਫਤਾਰ ਕਰਨ ਗਿਆ ਹੋਵੇ, ਜਿਹੜਾ ਵਿਅਕਤੀ ਉੱਥੇ ਸੰਗਤਾਂ 'ਤੇ ਗੋਲੀ ਚਲਾ ਕੇ ਸ਼ਹੀਦ ਕਰਨ ਵਾਲਾ ਹੋਵੇ, ਜਿਹੜਾ ਵਿਅਕਤੀ ਅੱਤਵਾਦ ਦੇ ਸਮੇਂ ਦੇ ਵਿੱਚ, ਜਿਹਨੂੰ ਸਰਕਾਰੀ ਅੱਤਵਾਦ ਕਿਹਾ ਜਾਂਦਾ, ਉਸ ਸਮੇਂ ਦੇ ਵਿੱਚ ਅਲੱਗ-ਅਲੱਗ ਥਾਣਿਆਂ 'ਚ ਮੁਖੀ ਰਿਹਾ ਹੋਵੇ, ਉਹਨਾਂ ਥਾਣਿਆਂ ਦੇ ਸਮੇਂ ਦੌਰਾਨ ਝੂਠੇ ਮੁਕਾਬਲੇ ਹੋਏ ਹੋਣ, ਉਹਨਾਂ DSP ਰਿਹਾ ਹੋਵੇ, SP ਰਿਹਾ ਹੋਵੇ, ਉਸ ਸਮੇਂ 'ਚ ਤੁਸੀਂ ਸਾਰੇ ਜਾਣਦੇ ਆ ਕਿ ਅੰਮ੍ਰਿਤਸਰ ਜ਼ਿਲ੍ਹੇ 'ਚ ਜਿਸ ਤਰੀਕੇ ਨਾਲ ਨੌਜਵਾਨੀ ਦਾ ਘਾਣ ਹੋਇਆ, ਇਹ ਪੁਲਿਸ ਅਫਸਰ ਵੀ ਜ਼ਰੂਰ ਉਹਦੇ ਸ਼ਾਮਲ ਹੋਏਗਾ ਕਿਉਂਕਿ ਇਹਨੇ ਆਪ ਤਸਲੀਮ ਕੀਤਾ ਹੋਇਆ। ਇਸ ਕਰਕੇ ਮੈਂ ਇਹ ਲੋਕਾਂ ਨੂੰ ਧਰਨੇ 'ਚ ਸੁਚੇਤ ਕੀਤਾ ਸੀ ਕਿ ਜਿਹੜਾ ਵਿਅਕਤੀ ਨੌਜਵਾਨਾਂ ਦਾ ਕਾਤਲ ਪੁਲਿਸ ਅਫਸਰ ਰਿਹਾ ਹੋਵੇ, ਉਹ ਅੱਜ 4 ਧਾਰਮਿਕ ਕਿਤਾਬਾਂ ਲਿਖ ਕੇ ਲੈਕਚਰ ਕਰਕੇ ਸੰਗਤਾਂ ਨੂੰ ਗੁੰਮਰਾਹ ਕਰਦਾ। ਇਸ ਕਰਕੇ ਮੈਂ ਸੁਚੇਤ ਕੀਤਾ ਸੀ ਸੰਗਤਾਂ ਨੂੰ। ਹੋਰ ਮੇਰੀ ਇਸ ਬੰਦੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ। ਲਾਲਪੁਰਾ ਸਾਹਿਬ ਦਾ ਇੱਕ ਮੈਂ ਦੇਖ ਰਿਹਾ ਸੀ ਸਪਸ਼ਟੀਕਰਨ ਵੀ ਦਿੱਤਾ ਉਹਨਾਂ ਕਿ ਵੀ ਮੈਂ ਡਿਊਟੀ ਤੇ ਸੀਗਾ ਤੇ ਨੰਬਰ 2 ਸੰਤ ਜੀ ਨੇ ਅਗਰ ਮੰਗ ਕੀਤੀ ਸੀ ਕਿ ਮੈਨੂੰ ਗ੍ਰਿਫਤਾਰ ਕਰਨ ਵਾਸਤੇ ਸਿਰਫ ਅੰਮ੍ਰਿਤਧਾਰੀ ਬੰਦਾ ਜਿਹੜਾ ਹੈਗਾ ਅੱਗੇ ਆਵੇ, ਤਾਂ ਉਹਨਾਂ ਨੇ ਦੱਸਿਆ ਸੀ ਕਿ ਮੇਰੀ ਡਿਊਟੀ ਸੀ, ਮੈਂ ਡਿਊਟੀ ਤੇ ਸੀਗਾ, ਵੀ ਕੋਈ ਵੀ ਨੈਚੁਰਲੀ ਕਿ ਡਿਊਟੀ ਤੇ ਬੰਦਾ ਹੋਊਗਾ ਤੇ ਉਹਨੂੰ ਡਿਊਟੀ ਤੇ ਤਾਂ ਉਹਨੇ ਕਰਨੀ ਹੀ ਕਰਨੀ ਹੁੰਦੀ ਹੈ। ਇਹ ਤਾਂ ਜੀ ਇਹਨਾਂ ਦਾ ਆਪਣਾ ਸਪਸ਼ਟੀਕਰਨ ਆ, ਪਰ ਪੁਲਿਸ ਹਮੇਸ਼ਾ ਆਪਣੇ ਬਚਾਅ ਲਈ ਆਪਣੇ ਸਪਸ਼ਟੀਕਰਨ ਦਿੰਦੀ। ਪੁਲਿਸ ਨੇ ਅੱਜ ਤੱਕ ਦੇ ਇਤਿਹਾਸ ਵਿੱਚ ਇੱਕ ਵੀ ਐਸਾ ਮੁਕਾਬਲਾ ਦੱਸ ਦਿਓ, ਝੂਠਾ ਮੁਕਾਬਲਾ ਜੇ ਕਿਤੇ ਸਿੰਘ ਸ਼ਹੀਦ ਹੋਏ ਹੋਣ, ਕਿਤੇ ਸੰਗਤ 'ਤੇ ਗੋਲੀਆਂ ਚਲਾਈਆਂ ਹੁਣ, ਕਦੇ ਪੁਲਿਸ ਨੇ ਆਪਣੇ ਆਪ ਨੂੰ ਦੋਸ਼ੀ ਕਿਹਾ ਹੋਵੇ। ਮੈਨੂੰ ਸਰਦਾਰ ਇਕਬਾਲ ਸਿੰਘ ਜੀ ਸੰਤ ਜਰਨੈਲ ਸਿੰਘ ਦੀ ਉਹ ਮੰਗ ਦੱਸ ਦੇਣ ਜਿਹਦੇ 'ਚ ਉਹਨਾਂ ਨੇ ਮੰਗ ਕੀਤੀ ਆ ਕਿ ਮੈਨੂੰ ਅੰਮ੍ਰਿਤਧਾਰੀ ਵਿਅਕਤੀ ਹੀ ਗ੍ਰਿਫਤਾਰ ਕਰਨਾ ਹੋਵੇ। ਇਹ ਟੋਟਲੀ ਆਪਣੇ ਬਚਾਓ ਦੇ ਵਿੱਚ, ਆਪਣੀ ਡਿਫੈਂਸ 'ਚ ਜਦੋਂ ਇੰਟਰਵਿਊ ਹੋਈ ਆ, ਮੇਰੀ ਲੈਕਚਰ ਮੇਰਾ ਹੋਇਆ, ਉਦੋਂ ਬਾਅਦ ਇਹਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਮੈਂ ਜਿਹੜੀ 10 ਸਾਲ ਲੋਕਾਂ ਦੇ ਵਿੱਚ ਗੱਲੀ ਅਸੀਂ ਚੰਗੀਆਂ, ਚਾਰੀ ਬੁਰੀਆਂ, ਮਨੋਂ ਕਸੁੱਧਾ ਕਾਲੀਆਂ, ਬਾਹਰੋਂ ਚਿਟਵੀਆਂ ਬਣ ਕੇ ਮੈਂ ਜਿਹੜਾ ਹੈਗਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਬੇਸ, ਗੁਨਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼, ਵੀ ਜਿਹੜੀਆਂ ਮੈਂ ਆਪਣੀਆਂ ਕਾਲੇ ਕਾਰਨਾਮੇ ਉਸ ਵੇਲੇ ਦੇ ਕੀਤੇ ਮੈਂ ਲੁਕਾਉਂਦਾ ਫਿਰਦਾ ਸੀ। ਇਹ ਗੁਰਿੰਦਰ ਸਿੰਘ ਨੇ 1 ਮਿੰਟ ਦੇ ਵਿੱਚ 2 ਮਿੰਟ ਦੇ ਲੈਕਚਰ 'ਚ ਮੇਰੇ ਸਾਰੇ ਸਾਹਮਣੇ, ਲੋਕਾਂ ਸਾਹਮਣੇ ਰੱਖ ਦਿੱਤੇ। ਇਹ ਆਪਣੇ ਇਹ ਬਖਲਾਹਟ 'ਚ ਆ ਗਏ। ਬਖਲਾਹਟ 'ਚ ਆ ਕੇ ਆਪਣੀ ਜਿਹੜਾ ਹੈਗਾ ਇਹਨਾਂ ਨੇ ਸਪਸ਼ਟੀਕਰਨ ਦੇਣੇ ਸ਼ੁਰੂ ਕੀਤੇ। ਸੰਗਤਾਂ ਨੇ ਇਹਨਾਂ ਦੇ ਕਿਸੇ ਨੇ ਸਪਸ਼ਟੀਕਰਨ ਮੰਨਣੇ ਨਹੀਂ ਹੈਗੇ। ਇਹ ਮੈਂ ਬੜੀ ਸਪਸ਼ਟ ਤੌਰ 'ਤੇ ਕਹਿੰਦਾ ਕਿ ਸਰਦਾਰ ਇਕਬਾਲ ਸਿੰਘ ਜੀ, ਤੁਸੀਂ ਜਿੰਨੇ ਮਰਜ਼ੀ ਸਪਸ਼ਟੀਕਰਨ ਦੇ ਲਓ, ਇਹ ਤੁਹਾਡੇ ਸਪਸ਼ਟੀਕਰਨ ਮੰਨਣ ਯੋਗ ਨਹੀਂ ਹੈਗੇ। ਜੇ ਤੁਸੀਂ ਸੱਚੇ ਆ ਤਾਂ ਮੈਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਉਹ ਮੰਗ ਦੱਸੋ ਕਿੱਥੇ ਆ ਕਿ ਜਿਹਦੇ 'ਚ ਗ੍ਰਿਫਤਾਰੀ। ਮੈਂ ਤਾਂ ਇਹ ਵੀ ਸ਼ੱਕ ਹੈ ਕਿ ਤੁਸੀਂ ਉਸ ਵੇਲੇ ਅੰਮ੍ਰਿਤ ਛਕਿਆ ਸੀ ਕਿ ਨਹੀਂ ਸੀ, ਇਸ ਗੱਲ ਦੀ ਤੁਸੀਂ ਕਿਆ ਗਰੰਟੀ ਦਿੰਦੇ ਇਸ ਗੱਲ ਦੀ ਜੀ। ਬਾਕੀ ਜੇ ਇਹ ਕਹਿੰਦੇ ਆ ਕਿ ਮੈਂ ਅੰਮ੍ਰਿਤਧਾਰੀ ਸੀ, ਮੈਂ ਇਸ ਕਰਕੇ ਨਾਲ ਗਿਆ ਸੀ, ਉਸ ਵੇਲੇ ਪੁਲਿਸ ਨੇ ਇੱਕ ਆਪਣਾ ਅੰਮ੍ਰਿਤਧਾਰੀ ਦਾ ਵਿੰਗ ਤਿਆਰ ਕੀਤਾ ਸੀ ਕਿ ਜਿਹੜਾ ਖਾੜਕੂਆਂ ਦੇ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨਾ, ਉਹਨਾਂ ਨੂੰ ਸ਼ੱਕ ਨਾ ਹੋਵੇ, ਉਹਨਾਂ ਦੀ ਗਤੀਵਿਧੀਆਂ ਇਹ ਹੋ ਸਕਦਾ ਉਹਨਾਂ 'ਚ ਵੀ ਸ਼ਾਮਲ ਹੋਵੇ। ਉਸ ਕਰਕੇ ਕਿਉਂਕਿ ਮੈਂ ਇੱਥੇ ਤੱਕ ਵੀ ਸੁਣਿਆ ਇਹਨਾਂ ਦੀ ਆਪਣੀ ਇੰਟਰਵਿਊ ਕਹਿ ਰਹੇ ਆ। ਇੱਕ ਮੈਂ ਤੁਹਾਨੂੰ ਸੱਜਣ ਜੀ ਤੁਹਾਡੇ ਚੈਨਲ 'ਤੇ ਇੱਕ ਵੀਡੀਓ ਤੁਹਾਨੂੰ ਮੈਂ ਦੇਣ ਜਾ ਰਿਹਾ। ਉਹ ਆ ਵੀਡੀਓ ਆ ਜਿਹੜੀ ਹੈਗੀ ਆ ਆਹ ਇਕਬਾਲ ਸਿੰਘ ਦੀ ਜੀ, ਜਿਹੜੀ ਇਹਨਾਂ ਨੇ ਇਹ ਤੁਸੀਂ ਵੀਡੀਓ ਦੇਖੋ। ਉਹ ਵਿਅਕਤੀ, ਮੈਂ ਉਹਨੂੰ ਭੱਦਰ ਪੁਰਸ਼ ਨਹੀਂ ਕਹਾਂਗਾ, ਜਿਹਦੇ ਤੇ ਆਪਣੇ 100 ਇਲਜ਼ਾਮ ਹੈ, ਸ਼ਰਾਬੀ ਹੈ, ਗੁਰਦੁਆਰਿਆਂ ਦੇ ਵਿੱਚੋਂ ਹੇਰਾਫੇਰੀਆਂ ਕਰਦਾ ਰਿਹਾ, ਉਸਨੇ ਹਿਊਮੈਨਿਟੀ ਫਸਟ ਦੀ ਸਮਾਜ ਸੇਵਾ ਤੇ ਮੇਰੇ ਜਾਤੀ ਚਰਿੱਤਰ ਦੇ ਉੱਤੇ ਉਹਨੇ ਦੋਸ਼ ਲਾਏ ਆ। ਬਿਲਕੁਲ ਇਹ ਵੀਡੀਓ ਜਿਹੜੀ ਹੈਗੀ ਆ ਜੀ, ਇਹ ਸਰਦਾਰ ਇਕਬਾਲ ਸਿੰਘ ਹੋਣਾ ਨੇ ਬਣਾ ਕੇ, ਇਹ 7 ਮਿੰਟ 26 ਸੈਕਿੰਡ ਦੀ ਵੀਡੀਓ ਆ। ਇਹ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀ ਸੀ, ਪਰ ਜਦੋਂ ਲੋਕਾਂ ਨੇ ਇਹਨਾਂ ਦੇ ਸਪਸ਼ਟੀਕਰਨ ਨਹੀਂ ਮੰਨਿਆ
ਤਾਂ ਇਹਨਾਂ ਨੇ ਉਹ ਵੀਡੀਓ ਨੂੰ ਉੱਥੋਂ ਹਟਾਇਆ। ਪਰ ਮੈਂ ਇਹ ਵੀਡੀਓ ਸੇਵ ਕੀਤੀ ਸੀਗੀ। ਇਹ ਮੈਨੂੰ ਸਰਦਾਰ ਇਕਬਾਲ ਸਿੰਘ ਉਹਨਾਂ ਨੇ ਕੋਈ ਵੀਡੀਓ ਕਿਸੇ ਨੇ ਨਹੀਂ ਭੇਜੀ, ਮੈਂ ਸੋਸ਼ਲ ਮੀਡੀਆ ਚੱਕ ਕੇ ਜਿਹੜੀ ਫੇਸਬੁੱਕ ਤੋਂ ਸੇਵ ਕੀਤੀ ਹੋਈ ਆ ਉਹ ਅੱਜ ਮੈਂ ਤੁਹਾਨੂੰ ਦੇ ਰਿਹਾ ਵੀ ਇਸ ਕਰਕੇ ਦਿੱਤੀ ਆ ਕਿ ਤਾਂ ਕਿ ਤੁਹਾਨੂੰ ਇਸ ਵਿਅਕਤੀ ਦੀ ਮਾਨਸਿਕਤਾ ਪਤਾ ਲੱਗ ਜਾਵੇ। ਜਿਹੜਾ ਵਿਅਕਤੀ ਆਪਣੇ ਆਪ ਨੂੰ ਸਿੱਖ ਵਿਦਵਾਨ ਕਹਿੰਦਾ, ਸਿੱਖ ਬੁੱਧੀਜੀਵੀ ਕਹਿੰਦਾ, ਸਿੱਖਾਂ ਦਾ ਨੁਮਾਇੰਦਾ ਅਖਵਾਉਣ ਦਾ ਯਤਨ ਕਰਦਾ, ਕੁਝ ਹੈ ਭਾਵੇਂ ਸਰਦਾਰ ਇਕਬਾਲ ਸਿੰਘ ਜਿਹੜੇ ਮੈਂ ਕਹਾਂਗਾ ਕਿ ਆਰਐਸਐਸ ਦੇ ਏਜੰਟ ਆ, ਇਹ ਸਿੱਖੀ ਭੇਸ ਵਿੱਚ ਆ ਕੇ ਜਿਵੇਂ ਆਰਐਸਐਸ ਦੀ ਰਣਨੀਤੀ ਆ ਕਿ ਸਿੱਖ ਸਰਦਾਰਾਂ ਨੂੰ ਜਿਹੜੇ ਹੈਗੇ ਆਪਣੀ ਉਹਦੇ 'ਚ ਲਿਆ ਕੇ ਸਿੱਖਾਂ 'ਚ ਐਂਟਰ ਕਰਾਉਣਾ, ਉਸੇ ਤਰੀਕੇ ਨਾਲ ਐਂਟਰ ਹੋਏ ਵੀ ਆ। ਤੁਸੀਂ ਇਹਨਾਂ ਦੀ ਦੇਖੋ ਕਿ ਸਿਰਫ 7 ਮਿੰਟ ਦੇ ਵਿੱਚ ਮੇਰੇ 'ਤੇ ਇਲਜ਼ਾਮ ਲਾਉਣੇ ਕੋਈ ਵੱਡੀ ਗੱਲ ਨਹੀਂ ਹੈਗੀ। ਮੈਨੂੰ ਸ਼ਰਾਬੀ ਕਿਹਾ, ਮੇਰਾ ਇਲਾਕਾ ਜਾਣਦਾ, ਸਭ ਤੋਂ ਵੱਡਾ ਸਰਟੀਫਿਕੇਟ ਪਿੰਡ ਤੋਂ ਮਿਲਦਾ ਹੁੰਦਾ ਜਿੱਥੇ ਦਾ ਬੰਦਾ ਵਾਸੀ ਹੋਵੇ। ਇਹ ਮੇਰੇ ਪਿੰਡ ਦੇ ਵਿੱਚ ਜਾ ਕੇ ਜੇ ਮੇਰੇ ਵਿਰੋਧੀ ਵੀ ਕਹਿ ਦੇਣ ਕਿ ਗੋਗੀ ਸ਼ਰਾਬ ਪੀਂਦਾ ਤਾਂ ਮੈਂ ਇਕਬਾਲ ਸਿੰਘ ਜੀ ਦੇ ਕੋਲ ਜਾ ਕੇ ਮਾਫੀ ਮੰਗ ਕੇ ਆਊਂਗਾ। ਇਹ ਟੋਟਲ ਇਲਜ਼ਾਮ ਝੂਠੇ ਲਾਉਂਦੇ ਆ। ਮੈਂ ਅੱਜ ਤੱਕ ਸ਼ਰਾਬ ਤਾਂ ਕੀ, ਮੈਂ ਗੁਰੂ ਮਹਾਰਾਜ ਤੇ ਡਰ ਕੇ ਕਹਿੰਦਾ ਕਿ ਸਤਿਗੁਰ ਦੀ ਮੇਰੇ ਤੇ ਇੰਨੀ ਕਿਰਪਾ ਰਹੀ ਆ ਬਈ ਮੈਂ ਕਿਸੇ ਵੀ ਨਸ਼ੇ ਨੂੰ ਅੱਜ ਤੱਕ ਕਦੇ ਆਪਣੇ ਬੁੱਲਾਂ ਦੇ ਨਾਲ ਟੱਚ ਨਹੀਂ ਹੋਣ ਦਿੱਤਾ। ਇਹ ਬਖਲਾਹਟ ਦੇ ਵਿੱਚ ਜਿਹੜੇ ਹੈਗੇ ਆ, ਪਰ ਦੇਖੋ ਇਹਨਾਂ ਦੀ ਮਾਨਸਿਕਤਾ ਦੇਖੋ ਤੁਸੀਂ ਕਿ ਕਿੰਨੀ ਭੱਦੀ ਸ਼ਬਦਾਵਲੀ, ਕਿੰਨੀ ਗੰਦੀ ਸ਼ਬਦਾਵਲੀ। ਇੱਕ ਸਿੱਖ ਜਿਹੜਾ ਹੈਗਾ ਉਹ ਛੋਟੇ ਜਿਹੇ ਆਪਣੇ ਉਹਦੇ ਉੱਤੇ ਲੈਕਚਰ ਮੇਰਾ ਸੁਣ ਕੇ ਬਖਲਾਹਟ ਦੇ ਵਿੱਚ ਆ ਕੇ ਜਿਹੜਾ ਹੈਗਾ ਇਹ ਬੋਲ ਰਿਹਾ। ਜੇ ਇਹ ਇੰਨੇ ਸੱਚੇ ਆ ਤਾਂ ਜਿਹੜੇ ਹੈਗੇ ਆ ਮੇਰੀਆਂ ਗੱਲਾਂ ਤੇ ਮੇਰੇ ਨਾਲ ਸਿੱਧੀ ਬੈਠ ਕੇ ਡਿਬੇਟ ਕਰ ਲੈਣ। ਮੈਂ ਜਿਹੜੇ ਚੈਨਲ ਤੇ ਕਹੂੰਗੇ, ਜੇ ਇਹਨਾਂ ਨੂੰ ਲੱਗਦਾ ਕਿ ਵੀ ਅਸੀਂ ਪੰਜਾਬੀ ਲੋਕ ਚੈਨਲ ਤੇ ਨਹੀਂ ਕਰਨੀ ਹੈਗੀ ਜਾਂ ਕਿਸੇ ਤੇ ਵੀ ਆ ਜਾਣਾ, ਮੈਂ ਇਹਨਾਂ ਨੂੰ ਸਾਬਤ ਕਰੂੰਗਾ। ਆ ਦੂਸਰੀ ਇਸ ਵੀਡੀਓ ਦੇ ਵਿੱਚ ਇਹ ਕਹਿੰਦੇ ਆ ਬਈ ਜੇ ਗੁਰਿੰਦਰ ਸਿੰਘ ਗੋਗੀ ਨੇ 24 ਘੰਟੇ ਦੇ 'ਚ ਆਪਣੇ ਇਲਜ਼ਾਮ ਵਾਪਸ ਨਾ ਲਏ ਤਾਂ ਮੈਂ ਮਾਣਹਾਨੀ ਦਾ ਕੇਸ ਕਰੂੰਗਾ। ਸੱਜਣ ਜੀ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਰਦਾਰ ਇਕਬਾਲ ਸਿੰਘ ਨੂੰ ਇਹ ਸੁਨੇਹਾ ਦਿੰਦਾ ਵੀ ਇਕਬਾਲ ਸਿੰਘ ਜੀ, ਕਮਜ਼ੋਰ ਆਦਮੀ ਹਮੇਸ਼ਾ ਮਾफ़ੀ ਮੰਗਦਾ। ਮੈਂ ਕਮਜ਼ੋਰ ਨਹੀਂ, ਮੇਰੇ 'ਤੇ ਸਤਿਗੁਰ ਦੀ ਕਿਰਪਾ, ਮੈਂ ਬਹਾਦਰ ਆਦਮੀ ਆ। ਮਾफ़ੀ ਮੰਗਣ ਦੀ ਤਾਂ ਗੱਲ ਬਹੁਤ ਵੱਡੀ ਦੂਰ ਦੀ ਆ। ਮੈਂ ਜਿਹੜੇ ਤੁਹਾਡੇ 'ਤੇ ਦੋਸ਼ ਲਾਏ ਆ, ਇਹ ਤੁਹਾਡੇ ਜਿਹੜੇ ਦੋਸ਼ ਹੈਗੇ ਆ ਇਹ ਮੇਰੇ ਕਾਇਮ ਆ। ਤੁਸੀਂ ਜੇ ਮੇਰੇ 'ਤੇ ਮਾਣਹਾਨੀ ਦਾ ਕੇਸ ਪਾਉਣਾ, ਤੁਸੀਂ ਦੇਰ ਹੀ ਨਾ ਕਰੋ, ਜਿੰਨੀ ਜਲਦੀ ਹੋ ਸਕਦਾ ਤੁਸੀਂ ਜਿਹੜਾ ਹੈਗਾ ਉਹ ਆਪਣੇ ਕੇਸ ਮੇਰੇ 'ਤੇ ਪਾਓ ਤਾਂ ਕਿ ਮੈਂ ਤੁਹਾਨੂੰ ਅਦਾਲਤ ਵੀ ਦੇਖਾਂ ਅਤੇ ਇੱਥੇ ਵੀ ਜਿਹੜੇ ਜਨਤਾ ਹੀ ਤੁਹਾਡੇ ਜਿਹੜੇ ਹੈਗੇ ਆ ਹੋਰ ਵੀ ਆ ਉਹ ਜਿਹੜੇ ਹੈਗੇ ਆ, ਮੈਂ ਤੁਹਾਡੇ ਦੋਸ਼ ਜਿਹੜੇ ਤੁਹਾਡੇ 'ਤੇ ਹੋਰ ਲੱਗੇ ਆ ਇਹ ਬਹੁਤ ਵੱਡੇ ਆਉਣੇ ਆ। ਇੱਕ ਬੀਬੀ ਆ, ਉਹਦਾ ਵਕੀਲਾਂ ਪਿੰਡ ਆ ਤੇਰੇ ਜੀਰੇ ਦੇ ਕੋਲ, ਮੱਖੂ ਦੇ ਕੋਲ। ਉਸ ਬੀਬੀ ਨੇ ਵੀ ਪਿਛਲੇ ਸਮੇਂ 'ਚ ਇਹਨਾਂ 'ਤੇ ਦੋਸ਼ ਲਾਏ ਸੀ ਕਿ ਮੈਨੂੰ ਬੇਟੀ ਬਣਾ ਕੇ ਮੇਰੇ ਨਾਲ 65 ਲੱਖ ਦੀ ਠੱਗੀ ਕੀਤੀ ਆ। ਉਹ ਵੀ ਸੋਸ਼ਲ ਮੀਡੀਆ 'ਤੇ ਹੈਗੇ ਆ, ਅਸੀਂ ਉਹ ਵੀ ਤੁਹਾਨੂੰ ਜਲਦੀ ਦੇਵਾਂਗੇ। ਔਰ ਮੈਂ ਇਹਨਾਂ ਦੇ RTI ਰਾਹੀਂ ਵੀ ਸਾਰਾ ਕੁਝ ਮੰਗ ਲਿਆ ਕਿ ਸਰਦਾਰ ਇਕਬਾਲ ਸਿੰਘ ਜੀ ਆਪਣੀ ਨੌਕਰੀ ਦੇ ਦੌਰਾਨ ਕਿੱਥੇ ਕਿੱਥੇ SHO ਰਹੇ ਆ ਔਰ ਕਿੱਥੇ ਕਿੱਥੇ DSP ਰਹੇ ਆ, ਉਹਨਾਂ ਸਮਿਆਂ 'ਚ ਕਿੰਨੇ ਉੱਥੇ ਮੁਕਾਬਲੇ ਹੋਏ ਆ, ਕਿੰਨੇ ਨੌਜਵਾਨ ਸ਼ਹੀਦ ਹੋਏ ਆ, ਉਹ ਵੀ ਸਾਰੇ ਮੈਂ ਪੁਲਿਸ ਕੋਲੋਂ ਮੰਗੇ ਆ। ਉਹ ਵੀ ਜਲਦੀ ਆ ਜਾਣੇ ਆ। ਇਹ ਜਿਹੜੇ ਆਪਣੇ ਆਪ ਨੂੰ ਸਤੇ ਸਵਿਤਰੇ ਬਣਦੇ ਆ, ਇਹ ਗੱਲਾਂ ਨਾਲ ਨਹੀਂ ਬਣੇ ਹੈਗੇ। ਇਹਨਾਂ ਨੂੰ ਅਸੀਂ RSS ਦੇ ਥਰੂ ਜਿਹੜਾ RSS ਨੇ ਰਣਨੀਤੀ ਬਣਾਈ ਆ ਵੀ ਸਿੱਖਾਂ 'ਚ ਐਂਟਰ ਕਰਨਾ, ਉਹ ਮੈਂ ਕਦਾਚਿਤ ਆਪਣੇ ਇਲਾਕੇ 'ਚ ਨਹੀਂ ਹੋਣ ਦਊਂਗਾ। ਜਿਹੜੀ ਵੀਡੀਓ ਉਹਨਾਂ ਦੀ ਆਈ ਆ ਉਹ ਕਹਿੰਦੇ ਸ਼ੁਰੂਆਤ ਜਿਹੜੀ ਹੈਗੀ ਆ ਗੋਗੀ ਵੱਲੋਂ ਕੀਤੀ ਗਈ, ਇਹਨਾਂ ਵੱਲੋਂ ਜਿਹੜੇ ਉੱਥੇ ਜਨਤਕ ਤੌਰ ਤੇ ਉਹਨਾਂ ਤੇ ਇੱਕ ਵੱਡੇ ਦੋਸ਼ ਲਗਾਏ ਗਏ ਆ। ਜਿਹੜੇ ਬੰਦਿਆਂ ਨੇ ਸੇਵਾ ਕੀਤੀ ਆ ਕਰੋਨਾ ਦੇ ਦੌਰਾਨ, ਛਿੜਕਾਅ ਕੀਤਾ ਹੈ, ਉਹ ਕਹਿੰਦੇ ਉਹਨਾਂ ਨੂੰ ਇਹਨਾਂ ਨੇ ਇੱਕ ਚੈਲੰਜ ਕੀਤਾ, ਉਹਨਾਂ ਦੀ ਬੇਇੱਜ਼ਤੀ ਕੀਤੀ ਆ ਉਹਨਾਂ ਬੰਦਿਆਂ ਦੀ ਕਿ ਉਹ ਵਿਚਾਰੇ ਉਹ ਕੀ ਸੋਚਣਗੇ। ਇੱਕ ਪਾਸੇ ਉਹਨਾਂ ਨੇ ਸੇਵਾ ਕੀਤੀ ਆ, ਉਹ ਕਹਿੰਦੇ ਗੋਗੀ ਵੀ ਜਿਹੜਾ ਲਗਾਤਾਰ ਉਹਨੂੰ ਫੋਨ ਕਰਦਾ ਰਿਹਾ ਵੀ ਮੇਰੇ ਇਲਾਕੇ 'ਚ ਆ ਕੇ ਦਵਾਈ ਛਿੜਕੋ, ਉਹ ਮਿੰਨਤਾਂ ਕਰਦਾ ਰਿਹਾ ਮੇਰੀ ਟੌਰ ਬਣਾਓ। ਇੱਦਾਂ ਦੀ ਵੀ ਸਵਾਲ ਗੱਲ ਵਿੱਚ ਮੈਂ ਕਿਹਾ ਜੀ, ਮੈਂ ਸਮਾਜ ਸੇਵਾ ਦੇ ਕਦੇ ਬਰਖਲਾਫ ਨਹੀਂ ਰਿਹਾ। ਸਮਾਜ ਸੇਵਾ ਹਮੇਸ਼ਾ ਨਿਰਸਵਾਰਥ ਹੋਣੀ ਚਾਹੀਦੀ ਆ। ਸਮਾਜ ਸੇਵਾ ਸਾਡੀ ਵੀ ਪਹਿਲੀ ਗੱਲ ਤਾਂ ਮੈਂ ਆਪਣਾ ਦੱਸ ਦੇਵਾਂ ਕਿ ਸਾਡੀ ਇੱਕ ਹੈਲਪਿੰਗ ਹੈਂਡ ਸੁਸਾਇਟੀ ਬਣੀ ਹੋਈ ਆ। ਅਸੀਂ ਵੀ ਕਰੋਨਾ ਮਹਾਮਾਰੀ ਦੌਰਾਨ ਉਹਦੇ 'ਚ ਸੇਵਾ ਕੀਤੀ ਆ, ਪਰ ਅਸੀਂ ਕਦੇ ਅਖਬਾਰਾਂ 'ਚ ਫੋਟੋ ਨਹੀਂ ਲਵਾਈਆਂ।
ਸਾਡੀ ਤੁਹਾਨੂੰ ਹੋਰ ਵੱਡੀ ਗੱਲ ਦੱਸ ਦਵਾਂ, ਹੈਲਪਿੰਗ ਹੈਂਡ ਸੁਸਾਇਟੀ ਘਨੌਲੀ ਦੀ ਜਿਹੜੀ ਹੈਗੀ ਆ, ਤੁਸੀਂ ਫੇਸਬੁੱਕ ਤੇ ਪੜ੍ਹ ਲਓ। ਅਸੀਂ ਹਰੇਕ ਮਹੀਨੇ ਉਹਦਾ ਜਿੰਨੇ ਜੋ ਸਾਡੇ ਕੋਲ ਆਮਦਨ ਆ, ਜੋ ਸਾਡੇ ਕੋਲ ਖਰਚਾ, ਜਿਹਦੇ ਵੱਲੋਂ ਆਮਦਨ ਸਾਡੇ ਕੋਲ ਆਈ ਆ, ਉਹ ਸਾਰੀਆਂ ਅਸੀਂ ਫੇਸਬੁੱਕ ਤੇ ਪਾਉਂਦੇ ਆ, ਪਰ ਕਦੇ ਫੋਟੋ ਨਹੀਂ ਪਾਈ, ਕਿਉਂਕਿ ਨਿਸ਼ਕਾਮ ਕਰਨੀ ਆ। ਇਹਨਾਂ ਲੋਕਾਂ ਦਾ ਕੰਮ ਇਹ ਰਿਹਾ ਕਿ ਮੈਂ ਤਾਂ ਉਸ ਦਿਨ ਇਹਨਾਂ ਦੀ ਫੇਰ ਇੱਜ਼ਤ ਰੱਖੀ ਸੀ ਧਰਨੇ 'ਚ। ਮੈਂ 2 ਰੁਪਏ ਦਾ ਮਾਸਕ ਕਿਹਾ ਸੀਗਾ। ਜਿਹੜੇ ਇਹ ਮਾਸਕ ਬਣਦੇ 1.25 ਰੁਪਏ ਦੇ ਮਾਸਕ ਆਉਂਦੇ ਆ, ਤੋ ਜਿਹੜੇ ਉਹ ਇਹਨਾਂ ਦੇ ਨਾਲ ਖੜੇ ਹੁੰਦੇ ਆ, ਬੇਇੱਜ਼ਤੀ ਮੈਂ ਨਹੀਂ ਕੀਤੀ ਉਹਨਾਂ ਦੀ ਇਹ ਗੱਲ ਕਹਿ ਕੇ, ਬੇਇੱਜ਼ਤੀ ਇਹ ਖੁਦ ਕਰ ਰਹੇ ਆ। 200 ਮਾਸਕ ਕਿਸੇ ਪਿੰਡ 'ਚ ਦੇਣਾ 250 ਰੁਪਏ ਦਾ ਹੋ ਗਿਆ, 400 ਦੇਣਾ ਉਹ 500 ਰੁਪਏ ਦਾ ਹੋ ਗਿਆ। 500 ਰੁਪਏ ਦੇ ਮਾਸਕ ਪਿੰਡ 'ਚ 20 ਬੰਦੇ ਪਤਵੰਤੇ ਸੱਜਣਾ ਦੇ ਵਿੱਚ ਖੜ ਕੇ ਵੰਡਣੇ, ਔਰ ਵੰਡ ਕੇ ਉਹਨਾਂ ਨੂੰ ਅਖਬਾਰਾਂ ਦੇ ਵਿੱਚ ਫੋਟੋਆਂ ਲਵਾਉਣੀਆਂ। ਇਹ ਬੇਇੱਜ਼ਤੀ ਮੇਰੇ ਵੱਲੋਂ ਨਹੀਂ ਕੀਤੀ ਗਈ, ਇਹ ਬੇਇੱਜ਼ਤੀ ਇਹ ਲੋਕ ਆਪਣੀ ਸਿਆਸੀ ਲਾਲਸਾ ਪੂਰੀ ਕਰਨ ਦੇ ਲਈ ਜਿਹੜੀ ਹੈਗੀ ਆ ਇਹ ਮਾਸਕ ਵੰਡ ਰਹੇ ਆ। ਇਹ ਕੋਈ ਨਿਸ਼ਕਾਮ ਸੇਵਾ ਨਹੀਂ ਕਰਦੇ ਹੈਗੇ। ਜੇ ਨਿਸ਼ਕਾਮ ਸੇਵਾ ਹੁੰਦੀ ਮੈਂ ਇਹਨਾਂ ਨੂੰ ਐਪਰੀਸ਼ੀਏਟ ਕਰਦਾ। ਪਰ ਤੁਸੀਂ ਮੈਨੂੰ ਗੱਲ ਦੱਸੋ, ਸਰਦਾਰ ਇਕਬਾਲ ਸੈਨੀਟਾਈਜ਼ਰ ਦੀ ਗੱਲ ਆਈ ਆ, ਇਹਨਾਂ ਨੇ ਪਿੰਡਾਂ ਸੈਨੀਟਾਈਜ਼ਰ ਕੀਤੇ ਆ। ਇਹਨਾਂ ਨੂੰ ਪੁੱਛੋ ਵੀ ਮੈਨੂੰ ਉਹ ਰਸੀਦਾਂ ਦਿਖਾਓ ਕਿ ਤੁਸੀਂ ਪੂਰੇ ਇਲਾਕੇ 'ਚ ਕਿੰਨੇ ਰੁਪਈਏ ਦੀ ਜਿਹੜੀ ਦਵਾਈ ਹੈਗੀ ਆ, ਉਹ ਕਿੰਨੇ ਰੁਪਈਏ ਦੀ ਤੁਸੀਂ ਉੱਥੋਂ ਲੈ ਕੇ ਆਂਦੀ ਆ। ਕੀ ਉਹਨੇ ਰੁਪਈਏ ਨਾਲ ਸਾਰੇ ਇਲਾਕੇ 'ਚ ਉਹ ਵੰਡੀ ਜਾ ਸਕਦੀ ਆ? ਕਮ ਸੇ ਕਮ ਜੇ ਹੋਵੇ ਤਾਂ 10-15 ਹਜ਼ਾਰ ਰੁਪਏ ਦੀ ਦਵਾਈ ਜਿਹੜੀ ਜੇ ਸਹੀ ਛਿੜਕਾਅ ਕਰਨਾ ਹੋਵੇ ਇੱਕ ਪਿੰਡ ਦੇ ਵਿੱਚ ਲੱਗ ਜਾਂਦੀ ਆ। ਪਰ ਜਿੱਥੇ ਤੱਕ ਮੇਰੀ ਜਾਣਕਾਰੀ, ਹੋ ਸਕਦਾ ਮੈਂ ਗਲਤ ਹੋਵਾਂ ਇਸ ਗੱਲ ਨੂੰ, ਮੈਂ ਕੋਈ ਐਡਮਿਟ ਨਹੀਂ ਕਰਦਾ ਹੈਗਾ। ਇਹਨਾਂ ਦਾ ਜਿੱਥੇ ਤੱਕ ਮੇਰੀ ਜਾਣਕਾਰੀ 1.5 ਲੱਖ ਰੁਪਏ ਦੀ ਸਾਰੀ ਇਹਨਾਂ ਨੇ ਦਵਾਈ ਖਰੀਦੀ ਆ। ਕੀ 1.5 ਲੱਖ ਰੁਪਏ ਦੀ ਦਵਾਈ ਦੇ ਨਾਲ ਜਿਹੜੇ ਸਾਰਾ ਇਲਾਕੇ ਦੇ ਵਿੱਚ ਸੈਨੀਟਾਈਜ਼ ਹੋ ਸਕਦਾ? ਇਹ ਵੀ ਇੱਕ ਡਰਾਮਾ ਕੀਤਾ ਗਿਆ। ਜਿੱਥੇ ਤੱਕ ਇਹਨਾਂ ਨੇ ਮੈਨੂੰ ਕਿਹਾ ਕਿ ਮੇਰੀਆਂ ਮਿੰਨਤਾਂ ਕਰਦੇ, ਸਰਦਾਰ ਇਕਬਾਲ ਸਿੰਘ ਜੀ, ਮੈਂ ਆਪਣੇ ਪਿੰਡ ਦੇ ਵਿੱਚ 4 ਵਾਰੀ ਜਿਹੜੇ ਪੰਪ ਹੈਗੇ ਸਪਰੇਅ ਵਾਲੇ, ਆਪਣੇ ਨੌਜਵਾਨ ਲਗਾ ਕੇ 4 ਵਾਰੀ ਅਸੀਂ ਪਿੰਡ 'ਚ ਸਪਰੇਅ ਕੀਤਾ, ਲੋਕਾਂ ਦੇ ਘਰਾਂ 'ਚ ਗਲੀ ਸਪਰੇਅ ਕੀਤਾ। ਅਸੀਂ ਤੁਹਾਡੀ ਮਸ਼ੀਨ ਤੇ ਨਹੀਂ ਬੈਠੇ ਹੈਗੇ। ਅਸੀਂ ਜਿਹੜੇ ਹੈਗੇ, ਸਾਡੇ ਕੋਲ ਸਾਡਾ ਪ੍ਰਮਾਤਮਾ ਦੀ ਕਿਰਪਾ ਕਿ ਮੇਰੀ ਮਾਤਾ ਵੀ ਪਿੰਡ ਦੀ ਸਰਪੰਚ ਰਹੀ, ਅੱਜ ਮੇਰੀ ਨੂੰਹ ਵੀ ਪਿੰਡ ਦੀ ਸਰਪੰਚ ਆ। ਜੇ ਅਸੀਂ ਸਮਾਜ ਦੀ ਸੇਵਾ ਕਰਦੇ, ਪਿੰਡ ਦੀ ਸੇਵਾ ਕਰਦੇ ਹਾਂ, ਮੈਂ ਨੰਬਰ ਤੁਹਾਡੇ ਸੈਨੀਟਾਈਜ਼ ਦੇ ਨਹੀਂ ਬਣਨੇ। ਮੇਰੇ ਨੰਬਰ ਮੇਰੇ ਕੰਮਾਂ ਨਾਲ ਬਣੇ। ਲੋਕਾਂ ਨੇ ਮੇਰੇ ਕੰਮਾਂ ਦੀ ਪ੍ਰੋੜਤਾ ਕੀਤੀ ਆ। ਵੀਡੀਓ ਦੇ ਵਿੱਚ ਹੇਰਾ ਫੇਰੀ ਦੀ ਵੀ ਗੱਲ ਕੀਤੀ ਆ, ਮਾਂ ਪਿਓ ਦੀ ਤੱਕ ਵੀ ਜਿਹੜੀ ਗੱਲ ਕੀਤੀ ਗਈ ਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਂ ਕਿਹਾ ਜੀ ਦੇਖੋ, ਇੰਨੇ ਬੇਹੂਦਾ ਇਲਜ਼ਾਮ ਇੱਕ ਸਿੱਖ ਵਿਦਵਾਨ ਲਾਵੇ, ਸ਼ਰਮ ਤੇ ਇੱਡੀ ਬੜੀ ਗੱਲ ਕਿਹੜੀ ਹੋ ਸਕਦੀ ਆ? ਜਿਹੜੇ ਇਲਜ਼ਾਮ ਲਾਏ ਕਿ ਉਹ ਬਾਪ ਦਾ ਨਹੀਂ, ਉਹ ਮਾਂ ਦਾ ਨਹੀਂ, ਇਹ ਬਿੱਲੀ ਥੈਲਿਓਂ ਬਾਹਰ ਆ ਗਈ। ਜੋ ਇਹਨਾਂ ਦਾ ਮੈਂ ਪਹਿਲਾਂ ਕੀਤਾ, ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ, ਮਨੁੱਖ ਸੁੱਧਾ ਕਾਲੀਆਂ ਬਾਹਰੋਂ ਚਿੱਟੀਆਂ, ਉਹ ਜਿਹੜੇ ਸ਼ਬਦ ਗੁਰਬਾਣੀ ਦੇ ਇਹਨਾਂ ਦੇ ਉੱਤੇ ਠੀਕ ਢੁੱਕਦੇ ਆ। ਇਹਨਾਂ ਦੀ ਜਿਹੜੀ ਪੁਲਿਸ ਅਫਸਰਾਂ ਦੀ ਜਿਹੜੀ ਪੁਰਾਣੀ ਬੋਲੀ ਆ, ਇਹਨਾਂ ਨੇ ਸਿੱਧ ਕਰਤਾ ਕਿ ਅਸੀਂ ਚਾਹੇ ਉਹ, ਮੈਂ ਹੁਣ ਸ਼ਬਦ ਕਹਿਣੇ ਨਹੀਂ ਹੈਗੇ, ਉਹ ਤੁਸੀਂ ਉਹ 12 ਸਾਲ ਨਲਕੇ ਵਾਲੀ ਗੱਲ ਸੁਣੀ ਹੋਣੀ ਆ, ਉਹ ਉਹੀ ਕੰਮ ਇਹਨਾਂ ਦਾ। ਇਹ ਚਾਹੇ ਜਿੰਨੇ ਮਰਜ਼ੀ ਬਣ ਜਾਣ, ਪੁਰਾਣੀਆਂ ਗੱਲਾਂ, ਪੁਰਾਣੀ ਬੋਲੀ ਭੁੱਲ ਨਹੀਂ ਸਕਦੇ ਹੈਗੇ। ਇਸ ਕਰਕੇ ਜਿਹੜੇ ਹੈਗੇ ਆ, ਤੁਸੀਂ ਜਿੰਨੇ ਇਹ ਵੀ ਚੈਲੰਜ ਕਰਦੇ ਆ ਕਿ ਮੈਂ ਤੁਹਾਡੇ ਪਿੰਡ ਆਊਂਗਾ, ਮੈਨੂੰ ਰੋਕ ਕੇ ਦਿਖਾਓ। ਮੈਂ ਕਦੇ ਇਸ ਗੱਲ ਨੂੰ, ਇਕਬਾਲ ਸਿੰਘ ਜੀ, ਘਨੌਲੀ ਪਿੰਡ ਦੇ ਤੁਸੀਂ ਜੀ ਆਇਆਂ ਨੂੰ, ਤੁਸੀਂ ਜਦ ਮਰਜ਼ੀ ਆਓ, ਕਿਹਦੇ ਘਰ ਆਵੇ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਤੁਸੀਂ ਕਿੱਦਾਂ ਮੈਨੂੰ ਇਹ ਗੱਲ ਕਹਿੰਦੇ ਆ ਕਿ ਮੈਂ ਤੁਹਾਡੇ ਪਿੰਡੋਂ, ਮੈਨੂੰ ਰੋਕ ਕੇ ਦਿਖਾਓ? ਮੈਨੂੰ ਕੀ ਅਧਿਕਾਰ ਆ ਤੁਹਾਨੂੰ ਰੋਕਣ ਦਾ? ਉਹ ਜਿਹੜਾ ਹੈਗਾ ਹਿੰਦੁਸਤਾਨ 'ਚ, ਤੁਸੀਂ ਕਿਸੇ ਦੇ ਮਰਜ਼ੀ ਘਰ ਜਾਓ, ਮੈਂ ਤੁਹਾਡੇ ਪਿੰਡ ਜਾਣਾ, ਤੁਸੀਂ ਮੈਨੂੰ ਕਿੱਦਾਂ ਰੋਕ ਲੂੰਗੇ? ਇਸ ਕਰਕੇ ਇਹ ਬਖਲਾਹਟ ਦੇ ਵਿੱਚ ਸਾਰੇ ਬਿਆਨ ਦੇ ਰਹੇ। ਇਹਨਾਂ ਨੂੰ ਇਹ ਹੋ ਗਿਆ ਵੀ ਜਿਹੜੇ ਮੈਂ ਪਿਛਲੀ ਜ਼ਿੰਦਗੀ ਦੇ ਵਿੱਚ ਕਾਲੇ ਕਾਰਨਾਮੇ ਕੀਤੇ ਸੀਗੇ, ਗੋਗੀ ਨੇ ਮੇਰੇ ਨੰਗੇ ਕਰ ਦਿੱਤੇ ਆ। ਉਹ ਬਖਲਾਹਟ ਦਾ ਨਤੀਜਾ ਅੱਜ ਪੁੱਠੇ ਸਿੱਧੇ ਇਲਜ਼ਾਮ ਲਾ ਰਹੇ ਆ। ਤੁਸੀਂ ਦੋਸ਼ ਲਗਾ ਰਹੇ ਹੋ ਕਿ ਲਾਲਪੁਰਾ ਇਕਬਾਲ ਸਿੰਘ ਲਾਲਪੁਰਾ ਤੇ ਵੀ RSS ਦੇ ਏਜੰਟ ਆ, ਸਿੱਖ ਵਿਰੋਧੀ ਆ। ਕਿਉਂ ਲਗਾ ਰਹੇ ਹੋ ਦੋਸ਼? ਕਿ ਤੁਹਾਡੇ ਕੋਲ ਕਿੰਨੀ ਦੇਰ ਤੋਂ ਪਤਾ, ਤੁਹਾਨੂੰ ਕੀ ਐਵੀਡੈਂਸ ਆ? ਨਹੀਂ, ਤੁਸੀਂ ਇੱਕ ਗੱਲ ਦੇਖੋ ਜੀ, ਸਿੱਖ ਵਿਦਵਾਨ ਆਪਣੇ ਆਪ ਨੂੰ ਕਹਾਉਂਦਾ ਹੋਵੇ, ਉਸ ਵਿਅਕਤੀ ਨੂੰ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਪੰਜਾਬ ਦਾ ਵਾਈਸ ਪ੍ਰਧਾਨ ਬਣਾਇਆ, ਕੁਝ ਕੱਲ੍ਹ ਪਰਸੋਂ ਜਿਹੜਾ ਹੈਗਾ ਨੈਸ਼ਨਲ ਲੈਵਲ 'ਤੇ ਉਹਨੂੰ ਸਪੋਕਸਮੈਨ ਬਣਾਇਆ। ਕੀ ਇਸ ਤੋਂ ਵੱਡਾ ਹੋਰ ਕੋਈ ਪ੍ਰਮਾਣ ਚਾਹੀਦਾ? ਤੁਸੀਂ ਜਾਣਦੇ ਆ ਕਿ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਸਪੋਕਸਮੈਨ ਨੇ, ਉਹਨਾਂ ਦੀ ਬੈਕਗਰਾਊਂਡ RSS ਦੀ ਆ। ਜਿੰਨੇ ਮੁੱਖ ਮੰਤਰੀ ਜਿਹੜੇ ਅੱਜ ਭਾਰਤੀ ਜਨਤਾ ਪਾਰਟੀ ਦੇ ਆ, ਉਹਨਾਂ ਦੀ ਬੈਕਗਰਾਊਂਡ ਜਿਹੜੀ ਹੈਗੀ ਆ
ਆਰਐਸਐਸ ਤੋਂ ਆ। ਜਿੰਨੇ ਪ੍ਰਧਾਨ ਨੇ ਇਹਨਾਂ ਦੇ ਸਟੇਟਾਂ ਦੇ, ਉਹਨਾਂ ਦੀ ਜਿਹੜੀ ਹੈਗੀ ਆ ਬੈਕਗ੍ਰਾਉਂਡ ਆ ਉਹ ਆਰਐਸਐਸ ਤੋਂ ਆ, ਕਿਉਂਕਿ ਮੋਦੀ ਸਾਹਿਬ ਜਿਹੜੇ ਦੇਸ਼ ਦੇ ਸਾਡੇ ਪ੍ਰਧਾਨ ਮੰਤਰੀ ਆ ਉਹ ਖੁਦ ਆਰਐਸਐਸ ਨਾਲ ਸੰਬੰਧਿਤ ਆ। ਉਹ ਆਰਐਸ ਤੇ ਬਿਨਾਂ ਬੀਜੇਪੀ ਦੇ ਵਿੱਚ ਕਿਸੇ ਨੂੰ ਕੋਈ ਐਂਟਰੀ ਨਹੀਂ ਦਿੰਦੇ ਹੈਗੇ। ਇਹਨਾਂ ਦੀ ਜਿਹੜੀ ਹੈਗੀ ਆ ਇਹ ਤਾਂ ਹੁਣ ਸਾਫ਼, ਮੈਂ ਤਾਂ ਲਾਲਪੁਰਾ ਸਾਹਿਬ ਨੂੰ ਮੁਬਾਰਕਬਾਦ ਦਿੰਦਾ ਕਿ ਉਹਨਾਂ ਦੀ ਬੜੇ ਲੰਬੇ ਸਮੇਂ ਤੋਂ ਲਾਲਸਾ ਸੀਗੀ ਕਿ ਮੈਨੂੰ ਕੋਈ ਜਿਹੜਾ ਹੈਗਾ ਵੱਡਾ ਨੈਸ਼ਨਲ ਲੈਵਲ ਦਾ ਉਹਦਾ ਮਿਲਣਾ ਚਾਹੀਦਾ। ਤੁਹਾਡਾ ਕਹਿਣ ਦਾ ਮਤਲਬ ਹੈ ਕੀ ਆ ਜਿਹੜੀ ਬੀਜੇਪੀ ਆਰਐਸਐਸ ਦੇ ਨਾਲ ਸੰਬੰਧ, ਆਰਐਸਐਸ ਦੀ ਪਾਰਟੀ ਆ? ਬਿਲਕੁਲ ਜੀ, ਇਹ ਤਾਂ ਉਹਨਾਂ ਦਾ ਸੰਵਿਧਾਨ ਕਹਿੰਦਾ ਏ, ਇਹ ਤਾਂ ਬੀਜੇਪੀ ਦਾ ਸੰਵਿਧਾਨ ਕਹਿ ਰਿਹਾ ਕਿ ਬੀਜੇਪੀ ਭਾਵੇਂ ਇੱਕ ਪਾਰਟੀ ਆ ਪਰ ਬੇਸਿਕਲੀ ਆਰਐਸਐਸ ਦਾ ਬੀਜੇਪੀ ਵਿੰਗ ਆ। ਗੋਗੀ ਜੀ, ਆਰਐਸਐਸ ਆ, ਬੀਜੇਪੀ ਬਾਅਦ ਚ ਆ। ਪਹਿਲਾਂ ਬਣੀ ਵੀ ਆਰਐਸਐਸ ਆ, ਬੀਜੇਪੀ ਦਾ ਬਾਅਦ ਚ ਬਣੀ ਆ। ਉਹਨਾਂ ਦੇ ਲੀਡਰਾਂ ਨੇ ਇਹ ਬੀਜੇਪੀ ਬਣਾਈ ਆ। ਗੋਗੀ ਜੀ, ਅੱਜ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਆਰਐਸਐਸ ਆ, ਆਰਐਸਐਸ ਬੀਜੇਪੀ ਆ, ਹਾਂਜੀ, ਤੇ 30-35 ਸਾਲ ਫਿਰ ਤੁਸੀਂ ਵੀ ਤਾਂ ਆਰਐਸਐਸ ਦਾ ਹਿੱਸਾ ਰਹੇ ਹੋ, ਅਕਾਲੀ ਦਲ ਦਾ। ਕਿਉਂ ਜਦ ਪਤਾ ਸੀਗਾ ਆਰਐਸਐਸ ਆ, ਕਿਉਂ ਜਾ ਕੇ ਫਿਰ ਉਹਨਾਂ 'ਚ ਕੁਰਸੀਆਂ ਦਾ ਆਨੰਦ ਮਾੜਿਆ ਜਿਹੜੇ ਹੈਗੇ ਅਹੁਦੇ ਲਈ ਬੜੇ ਮੰਤਰੀਆਂ ਦੇ? ਬਿਲਕੁਲ ਜੀ, ਮੈਂ ਤੁਹਾਡੀ ਗੱਲ ਨੂੰ ਜਵਾਬ ਦਿੰਦਾ ਕਿ ਮੈਂ ਉਹ ਸਮਝੌਤੇ ਦਾ ਕੋਈ ਹਿੱਸਾ ਨਹੀਂ ਸੀਗਾ। ਮੇਰੇ ਕੋਲ ਕੋਈ ਅਧਿਕਾਰ ਨਹੀਂ ਸੀ ਮੈਂ ਕਿਸੇ ਨਾਲ ਕੋਈ ਸਮਝੌਤਾ ਕਰਾਂ। ਇਹ ਪਾਰਟੀ ਨੇ ਕੀਤਾ, ਪਰ ਅੱਜ ਜੇ ਪਾਰਟੀ ਨੇ ਕੀਤਾ ਸੀਗਾ ਤੇ ਤੁਹਾਡਾ ਜਾਗਦੀ ਜ਼ਮੀਰ ਸੀ, ਤੁਸੀਂ ਪਾਰਟੀ ਛੱਡ ਸਕਦੇ ਸੀ? ਤੁਸੀਂ ਵੀ ਤਾਂ ਵਿੱਚੇ ਸੀ ਪਾਰਟੀ ਦੇ। ਅਸੀਂ ਵਿੱਚ ਸੀ, ਪਰ ਕਈ ਵਾਰੀ ਡਿਸਪਲਿਨ ਫੋਰਸ ਕਰਕੇ ਅਸੀਂ ਇੱਕ ਸਮਝੌਤਾ ਕੀਤਾ ਸੀਗਾ ਪਾਰਟੀ ਦੇ ਨਾਲ। ਅਸੀਂ ਕੋਈ ਆਪਣੇ ਆਪ ਨੂੰ ਪਾਰਟੀ ਦੇ ਅੱਗੇ ਵੇਚਿਆ ਨਹੀਂ ਸੀਗਾ। ਅਸੀਂ ਆਪਣੀ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਹਨੂੰ ਉਸ ਪਾਰਟੀ 'ਚ ਮਰਜ ਨਹੀਂ ਕੀਤਾ ਸੀ। ਅਸੀਂ ਇੱਕ ਸਿਆਸੀ ਸਮਝੌਤਾ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਨੇ ਕਦੇ ਉਹਨਾਂ ਨਾਲ ਕੋਈ ਧਾਰਮਿਕ ਸਮਝੌਤਾ ਨਹੀਂ ਕੀਤਾ ਹੈਗਾ। ਸਿਆਸੀ ਸਮਝੌਤਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਨੂੰ ਕਿਸ ਤਰੀਕੇ ਨਾਲ ਜਿਹੜਾ ਹੈਗਾ ਅਸੀਂ ਆਪਣੀ ਨੌਜਵਾਨੀ ਨੂੰ ਬਚਾ ਕੇ ਰੱਖਣਾ, ਕਿਸ ਤਰੀਕੇ ਨਾਲ ਪੰਜਾਬ ਦੀ ਤਰੱਕੀ ਕਰਨੀ। ਕਿਉਂਕਿ ਪੰਜਾਬ ਦੇ ਕੋਲ ਭਾਵੇਂ ਕੱਲੀ ਪੰਜਾਬ ਦੀ ਸਰਕਾਰ 13 ਦੇ 13 ਮੈਂਬਰ ਪਾਰਲੀਮੈਂਟ ਇੱਕੋ ਪਾਰਟੀ ਜਿੱਤ ਜਾਣ, ਪਰ ਫਿਰ ਵੀ ਉੱਥੇ ਜਾ ਕੇ ਜਿਹੜਾ ਹੈਗਾ ਤੁਸੀਂ ਉਹ ਗੱਲਾਂ ਨਹੀਂ ਮਨਾ ਸਕਦੇ ਜਿਹੜੀਆਂ ਇੱਕ ਭਾਈਵਾਲ ਦੇ ਤੌਰ ਤੇ ਮਨਾਈਆਂ ਜਾਂਦੀਆਂ। ਨਹੀਂ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜਿਹੜਾ ਹੈਗਾ ਸੀ ਸਿਆਸੀ ਸਮਝੌਤਾ ਕੀਤਾ ਜੀ, ਇੱਕ ਪਾਸੇ ਤੁਸੀਂ ਕਹਿੰਦੇ ਸਿੱਖ ਵਿਰੋਧੀ ਪਾਰਟੀ ਹੈ। ਜੇ ਸਿੱਖ ਵਿਰੋਧੀ ਪਾਰਟੀ ਆ ਤੇ ਤੁਸੀਂ ਸਿੱਖ ਹੋਣ ਦੇ ਨਾਤੇ ਕਿਵੇਂ ਸਿਆਸੀ ਸਮਝੌਤਾ ਕਰ ਲਿਆ ਉਹਨਾਂ ਨਾਲ? ਤਾਂ ਕੱਲ੍ਹ ਨੂੰ ਤਾਂ ਤੁਸੀਂ ਲਾਲਪੁਰਾ ਸਾਹਿਬ ਨੂੰ ਅੱਜ ਕਹਿ ਰਹੇ ਤੁਸੀਂ ਸਿੱਖ ਵਿਰੋਧੀ ਹੋ, ਕੱਲ੍ਹ ਨੂੰ ਤੁਸੀਂ ਉਹਨਾਂ ਨਾਲ ਵੀ ਸਿਆਸੀ ਸਮਝੌਤਾ ਕਰ ਸਕਦੇ। ਫਿਰ ਦੇਖੋ ਜੀ, ਮੈਂ ਤੁਹਾਨੂੰ ਗੱਲ ਲੱਗਿਆ ਕਹਿਣ, ਬਿਲਕੁਲ ਮੈਂ ਇਸ ਗੱਲ ਦੇ ਨਾਲ ਮੁਤਫਕ ਨਹੀਂ ਕਿ ਸਿਆਸੀ ਸਮਝੌਤਾ ਤਾਂ ਕਿਸੇ ਨਾਲ ਵੀ ਹੋ ਸਕਦਾ। ਸੱਜਣ ਜੀ, ਇੱਕ ਸਿਆਸੀ ਸਮਝੌਤੇ ਕਿਸੇ ਨਾਲ ਵੀ ਹੋ ਸਕਦੇ ਆ। ਜਦੋਂ ਤੁਸੀਂ ਮੰਨਦੇ ਸਿੱਖਾਂ ਦੇ, ਤੁਸੀਂ ਅਸੀਂ ਸਿੱਖ ਹਿਤੈਸ਼ੀ ਆ, ਸਿੱਖ ਨੌਜਵਾਨਾਂ ਦੇ ਨਾਲ ਆ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਆ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਆ, ਸਿੱਖਾਂ ਦੇ ਖਿਲਾਫ, ਉਹਦੇ ਨਾਲ ਕਿੱਦਾਂ ਸਿਆਸੀ ਸਮਝੌਤਾ ਕਰ ਸਕਦੇ? ਦੇਖੋ, ਸਿਆਸਤ ਔਰ ਧਰਮ ਅਲੱਗ-ਅਲੱਗ ਚੀਜ਼ ਆ। ਦੇਖੋ, ਸਮਝੋਗੇ ਗੱਲ ਨੂੰ, ਜੋ ਸਿਆਸੀ ਧਰਮ ਤੋਂ ਉੱਪਰ ਹੋ ਗਈ ਸਿਆਸਤ। ਫਿਰ ਨਹੀਂ ਜੀ, ਬਿਲਕੁਲ ਧਰਮ ਆ ਕਿ ਸਿਆਸਤ? ਮੈਂ ਕਿਹਾ ਜੀ ਪਹਿਲਾਂ ਧਰਮ ਆ, ਧਰਮ ਤੇ ਬਾਅਦ ਸਿਆਸਤ ਆ। ਪਰ ਸਿਆਸਤ ਜਿਹੜੀ ਹੈਗੀ ਆ, ਅੱਜ ਤੁਹਾਡੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਇਹਨਾਂ ਦੀ ਹਰੇਕ ਦੀ ਮਜਬੂਰੀ ਬਣੀ ਹੋਈ ਆ ਵੀ ਸਿਆਸੀ ਸਮਝੌਤੇ ਕਰਨ ਦੀ, ਤਾਂ ਕਿ ਜਿਹੜਾ ਹੈਗਾ ਆਪਣੀ ਕਮਿਊਨਿਟੀ ਨੂੰ ਆਪਣੀ, ਅਸੀਂ ਸਮਝੌਤੇ ਦੇ ਵਿੱਚ ਵੀ ਭਾਵੇਂ ਅਸੀਂ ਇਹਨਾਂ ਨਾਲ ਸਿਆਸੀ ਸਮਝੌਤਾ ਕੀਤਾ ਸੀ, ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਦੇ ਬਹੁਤ ਸਾਰੀਆਂ ਗੱਲਾਂ ਦੇ ਵਿਰੋਧ ਦੇ ਵਿੱਚ ਵਿਰਾਸਤ-ਏ ਖਾਲਸਾ ਆਨੰਦਪੁਰ ਸਾਹਿਬ ਕਾਇਮ ਕੀਤਾ। ਜਿਹੜੀ ਸ਼ਹੀਦਾਂ ਦੀ ਯਾਦਗਾਰ ਹੈ, ਘੱਲੂਘਾਰਾ ਜਿਹੜੇ ਹੈਗੇ ਆ, ਇਹ ਸਾਰੀਆਂ ਯਾਦਗਾਰਾਂ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਨਾਲ ਸਮਝੌਤਾ ਹੋਣ ਦੇ ਬਾਵਜੂਦ ਵੀ ਆਪਣੀ ਸਿੱਖੀ ਨਹੀਂ ਛੱਡੀ ਹੈਗੀ। ਆਪਣੀਆਂ ਕਿੰਨੀਆਂ ਜਿਹੜੀਆਂ ਇਤਿਹਾਸਕ ਯਾਦਗਾਰਾਂ ਸਿੱਖੀ ਨਾਲ ਸੰਬੰਧਿਤ ਸੀਗੀਆਂ ਜਿਹੜੀਆਂ, ਉਹ ਸਾਰੀਆਂ ਜਿਹੜੀਆਂ ਪੰਜਾਬ 'ਚ ਕਾਇਮ ਕੀਤੀਆਂ। ਜੇ ਅਸੀਂ ਇਹਨਾਂ ਦੇ ਅੱਗੇ ਸਰੈਂਡਰ ਕੀਤਾ ਹੁੰਦਾ, ਕੀ ਅਸੀਂ ਸਿੱਖਾਂ ਦੀਆਂ ਯਾਦਗਾਰਾਂ ਬਣਾ ਸਕਦੇ ਸੀ? ਕਿਉਂਕਿ ਜੀ ਸਵਾਲ ਇਹ ਨਹੀਂ, ਸਵਾਲ ਆਪਾਂ ਕਹਿ ਰਹੇ ਆਰਐਸਐਸ ਆ, ਸਿੱਖ ਵਿਰੋਧੀ ਆ, ਫਿਰ ਆਪਣਾ ਜਿਹੜਾ ਸਮਝੌਤਾ ਕਿ ਫਿਰ ਆਪਾਂ ਧਰਮ ਨੂੰ, ਸਿੱਖੀ ਨੂੰ ਪਿੱਛੇ ਰੱਖ ਲਿਆ, ਪਹਿਲਾਂ ਆਪਾਂ ਜਿਹੜੀ ਹੈਗੀ ਰਾਜ ਨੂੰ ਅੱਗੇ ਰੱਖ ਲਿਆ। ਮੈਂ ਕਿਹਾ ਜੀ, ਮੈਂ ਤੁਹਾਨੂੰ ਪਹਿਲੀ ਵੀ ਗੱਲ ਕਹਿ ਕੇ ਸਿਆਸਤ ਇੱਕ ਪਾਸੇ ਆ, ਧਰਮ ਅਲੱਗ ਚੀਜ਼ ਆ, ਸਿਆਸਤ ਅਲੱਗ ਚੀਜ਼ ਆ। ਜੇ ਹੁਣ ਮੇਰੀ ਗੱਲ ਸੁਣੋ, ਮੈਨੂੰ ਧਾਰਮਿਕ ਤੌਰ ਤੇ ਕਿਸੇ ਦੇ ਭਾਈਚਾਰਕ ਤੌਰ ਤੇ ਕਿਸੇ ਮੰਦਿਰ ਦੇ ਵਿੱਚ ਸਾਰੇ ਧਰਮ ਸਤਿਕਾਰਯੋਗ ਆ, ਧਰਮ ਸਾਰੇ ਸਤਿਕਾਰਯੋਗ ਆ, ਪਰ ਆਪਾਂ ਜੇ ਕਿਸੇ ਦੇ ਭਾਈਚਾਰਕ ਤੌਰ ਤੇ ਜਾਂ ਹਿੰਦੂ ਵੀਰ ਦੇ ਕਿਸੇ ਦੇ ਸੱਦੇ ਦੇ ਉੱਤੇ ਆਪਾਂ ਮੰਦਿਰ ਜਾਂਦੇ ਆ, ਅਸੀਂ ਉਸ ਵੇਲੇ ਹਿੰਦੂ ਤਾਂ ਨਹੀਂ ਬਣ ਜਾਂਦੇ? ਮੇਰੀ ਗੱਲ ਸਮਝੋ, ਰਹਿੰਦੇ ਸਿੱਖ ਆ ਨਾ, ਪਰ ਐਸੇ ਤਰ੍ਹਾਂ ਜੇ ਹਿੰਦੂ ਵੀਰ ਕੋਈ ਸਾਡੇ ਗੁਰਦੁਆਰਾ ਸਾਹਿਬ 'ਚ ਸਾਡੇ ਕੋਈ ਸੱਦੇ 'ਤੇ ਆਉਂਦਾ, ਉਹ ਹਿੰਦੂ ਰਹਿੰਦਾ ਸਿੱਖ ਨਹੀਂ ਬਣ ਜਾਂਦਾ ਹੈਗਾ। ਇਸ ਕਰਕੇ ਅਸੀਂ ਉਹਨਾਂ ਦੇ ਨਾਲ ਸਿਆਸੀ ਸਮਝੌਤਾ ਕੀਤਾ, ਪਰ ਅਸੀਂ ਸਿੱਖ ਰਹੇ ਹਾਂ, ਅਸੀਂ ਉਹਨਾਂ 'ਚ ਮਰਜ ਨਹੀਂ ਹੋਏ ਹੈਗੇ। ਮੈਨੂੰ ਤਾਂ ਇਹ ਸਪਸ਼ਟ ਤੁਸੀਂ ਇਹ ਕਰੋ ਵੀ ਜਿਹੜੀ ਇੱਕ ਪਾਸੇ ਤੁਸੀਂ ਕਹਿ ਰਹੇ ਆ ਵੀ ਉਹ ਸਿੱਖ ਵਿਰੋਧੀ ਆ, ਆਰਐਸਐਸ ਆ, ਸਿੱਖਾਂ ਦੀ ਵਿਰੋਧੀ ਪਾਰਟੀ ਆ। ਜੇ ਸਿੱਖਾਂ ਦੀ ਵਿਰੋਧੀ ਪਾਰਟੀ ਆ, ਫਿਰ ਸਮਝੌਤਾ ਕਿਵੇਂ? ਤੁਹਾਨੂੰ ਪਹਿਲਾਂ ਧਰਮ ਆ ਜਾਂ ਸਿਆਸਤ ਆ? ਪਹਿਲਾਂ ਅਸੀਂ ਜੀ ਪਹਿਲਾਂ ਹਮੇਸ਼ਾ ਹੀ ਧਰਮ ਨੂੰ ਪਹਿਲ ਦਿੱਤੀ ਆ,
ਧਰਮ ਨੂੰ ਤੇ ਪਹਿਲ ਜਿਹੜਾ ਜੇ ਤੁਸੀਂ ਧਰਮ ਨੂੰ ਪਹਿਲਾਂ ਪਹਿਲ ਦੇ ਰਹੇ ਹੋ, ਫਿਰ ਜਿਹੜੀ ਧਰਮ ਦੇ ਸਾਡੇ ਦੇ ਖਿਲਾਫ ਆ, ਸਾਡੇ ਸਿੱਖਾਂ ਦੇ ਖਿਲਾਫ ਪਾਰਟੀ, ਉਹਦੇ ਨਾਲ ਸਿਆਸੀ ਗੱਠਜੋੜ ਕਿੱਦਾਂ? ਨਹੀਂ, ਤੁਸੀਂ ਨੈਸ਼ਨਲ ਲੈਵਲ ਤੇ ਜਿੰਨਾ ਚਿਰ ਉਹ ਸਾਡੀ ਸਿੱਖੀ ਦੇ ਵੱਲ ਉਹਨਾਂ ਨੇ ਕੋਈ ਅੱਖ ਨਹੀਂ ਕੀਤੀ, ਸਾਡਾ ਸਮਝੌਤਾ ਰਿਹਾ। ਜਿਸ ਦਿਨ ਉਹਨਾਂ ਨੇ ਸਾਡੀ ਪੰਜਾਬੀਅਤ ਵੱਲ, ਸਾਡੇ ਕਿਸਾਨਾਂ ਵੱਲ ਉਹਨਾਂ ਨੇ ਕੋਈ ਸਾਡੇ ਵਿਰੁੱਧ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਅਸੀਂ ਉਸ ਵੇਲੇ ਸਮਝੌਤਾ ਤੋੜ ਕੇ ਮਾਰਿਆ ਕਿ ਨਹੀਂ ਮਾਰਿਆ? ਆਰਐਸਐਸ ਹੁਣ ਹੋਈ ਹੈ ਸਿੱਖ ਵਿਰੋਧੀ, ਹੁਣ ਹੋਈ ਹੈ, ਪਹਿਲਾਂ ਕਦੀ ਨਹੀਂ ਸੀ। ਜਿਹੜੀ ਆਰਐਸਐਸ ਤਾਂ ਸ਼ੁਰੂ ਤੋਂ ਸਿੱਖ ਵਿਰੋਧੀ ਆ, ਤੇ ਫਿਰ ਬੀਜੇਪੀ ਤਾਂ ਸ਼ੁਰੂ ਤੋਂ ਹੀ ਆਰਐਸਐਸ ਦੇ ਨਾਲ ਆ। ਮੈਂ ਕਿਹਾ, ਪਰ ਉਹਨਾਂ ਦਾ ਉਸ ਵੇਲੇ ਜਿਹੜਾ ਏਜੰਡਾ ਸੀਗਾ ਪੂਰੇ ਹਿੰਦੁਸਤਾਨ 'ਚ ਹਿੰਦੂਇਜ਼ਮ ਲਾਗੂ ਕਰਨ ਦਾ ਨਹੀਂ ਸੀਗਾ। ਅੱਜ ਉਹਨਾਂ ਦਾ ਪੂਰੇ ਹਿੰਦੁਸਤਾਨ 'ਚ ਹਿੰਦੂਇਜ਼ਮ ਲਾਗੂ ਕਰਨ ਦੀ ਜਿਹੜੀ ਰਣਨੀਤੀ ਉਹਨਾਂ ਨੇ ਪਹਿਲਾਂ ਤੇ ਬਣਾਈ ਸੀਗੀ, ਪਹਿਲਾਂ ਉਹਨਾਂ ਨੇ ਕਦੇ ਡਿਸਕਲੋਜ਼ ਨਹੀਂ ਸੀ ਕੀਤੀ। ਅੱਜ ਉਹਨਾਂ ਦੇ ਜਿਹੜੇ ਆਰਐਸ ਦੇ ਮੁਖੀ ਆ ਮੋਹਨ ਭਾਗਵਤ, ਉਹ ਸ਼ਰੇਆਮ ਬਿਆਨ ਦੇਣ ਲੱਗੇ ਕਿ ਹਿੰਦੁਸਤਾਨ 'ਚ ਕੇਵਲ ਹਿੰਦੂਆਂ ਵਾਸਤੇ, ਹੋਰ ਕਿਸੇ ਵਾਸਤੇ ਨਹੀਂ ਹੈਗਾ। ਅੱਜ ਉਹ ਹਰੇਕ ਗੱਲ ਤੇ ਜਿਹੜਾ ਹੈਗਾ, ਬਾਕੀ ਜਿਹੜੇ ਮਿਨੋਰਟੀਜ਼ ਹੈਗੀਆਂ ਉਹਨਾਂ ਦੀ ਪਾਰਟੀ ਜਿਹੜੀ ਹੈਗੀ ਆ, ਉਹ ਉਹਨਾਂ ਨੇ ਰਣਨੀਤੀ ਲਾਗੂ, ਪਹਿਲਾਂ ਕਦੇ ਇਹਨਾਂ ਨੇ ਰਣਨੀਤੀ ਲਾਗੂ ਨਹੀਂ ਸੀ ਕੀਤੀ, ਪਹਿਲਾਂ ਇਹਨਾਂ ਇੰਟਰਨਲ ਨੀਤੀਆਂ ਬਣਾਈ ਸੀ, ਪਰ ਹੁਣ ਉਹ ਖੁੱਲ੍ਹ ਕੇ ਜਿਹੜੇ ਹੈਗੇ ਆ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ। ਇਸ ਕਰਕੇ ਜਿਹੜਾ ਹੈਗਾ ਸਮਝੌਤਾ ਤੋੜਤਾ ਉਹਨਾਂ ਨਾਲ। ਸਮਝੌਤਾ ਆਰਐਸਐਸ ਦੇ ਜਿਹੜਾ ਗੱਠਜੋੜ ਬੀਜੇਪੀ ਔਰ ਆਰਐਸਐਸ ਇੱਕ ਆ, ਇਸ ਕਰਕੇ ਤੋੜਿਆ ਗਿਆ, ਜਾਂ ਕਿਸਾਨ ਵਿਰੋਧੀ ਜਿਹੜੇ ਬਿੱਲ ਆਏ ਆ ਉਹਨਾਂ ਕਰਕੇ ਤੋੜਿਆ ਗਿਆ ਸਮਝੌਤਾ? ਇਹ ਸਾਰੀਆਂ ਗੱਲਾਂ ਵਿੱਚ ਹੋਈਆਂ। ਇਹ ਸਿੱਖ ਵਿਰੋਧੀ ਉਹਨਾਂ ਦੀਆਂ ਗਤੀਵਿਧੀਆਂ ਕਰਕੇ, ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੇ ਪੰਜਾਬੀ ਜਿਹੜੀ ਹੈਗੀ ਆ, ਪੰਜਾਬੀ ਨੂੰ ਖਤਮ ਕੀਤਾ, ਉਹਦੇ ਕਰਕੇ ਜਿਹੜੀਆਂ ਕਿਸਾਨਾਂ ਦੀਆਂ ਜਿਹੜੇ ਖੇਤੀਬਾੜੀ ਦੇ ਵਿੱਚ ਬਿੱਲ ਜਿਹੜੇ ਆ ਕਿਸਾਨ ਵਿਰੋਧੀ ਪਾਸ ਕੀਤੇ ਆ, ਇਹ ਸਾਰੀਆਂ ਗੱਲਾਂ ਦੇ ਕਰਕੇ ਸਮਝੌਤਾ ਤੋੜਿਆ। ਇਹ ਸਾਰੀਆਂ ਗੱਲਾਂ ਹੀ ਜਿਹੜੀਆਂ ਹੈਗੀਆਂ, ਇਹ ਨਹੀਂ ਕਿ ਇੱਕ ਗੱਲ ਨੂੰ, ਹਰੇਕ ਗੱਲ ਨੂੰ ਇੰਪੋਰਟੈਂਸ ਦਿੱਤੀ ਗਈ, ਹਰੇਕ ਗੱਲ ਨੂੰ ਵਿਚਾਰਿਆ ਗਿਆ। ਬਈ ਹੁਣ ਇਹ ਸਿੱਖਾਂ ਦੇ ਵਿਰੋਧ ਇਹਨਾਂ ਨੇ ਆਪਣੀਆਂ ਰਣਨੀਤੀਆਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਨੇ ਕਿਸਾਨਾਂ ਦੇ ਵਿਰੋਧ ਜਿਹੜੇ ਬਿੱਲ ਪਾਸ ਕਰਕੇ ਆਪਣੇ ਆਪ ਨੂੰ, ਆਪਣੀ ਮਾਨਸਿਅਤ ਨੂੰ ਨੰਗਾ ਕੀਤਾ। ਇਹਨਾਂ ਨੇ ਪੰਜਾਬੀ ਖਤਮ ਕਰਤੀ ਜੰਮੂ ਕਸ਼ਮੀਰ ਦੇ ਵਿੱਚ। ਉਹ ਸਾਰੀਆਂ ਗੱਲਾਂ ਜਦੋਂ ਅਕਾਲੀ ਦਲ ਨੇ ਵਿੱਚ ਸਮਝੌਤਾ ਤੋੜ ਕੇ ਪਾਸੇ ਮਾਰਿਆ। ਅਕਾਲੀ ਦਲ ਦੇ ਟਾਈਮ ਕਿੰਨੀਆਂ ਬੇਅਦਬੀਆਂ ਹੋਈਆਂ, ਉਸ ਟਾਈਮ ਅਕਾਲੀ ਦਲ ਤੇ ਵੀ ਵੱਡੇ ਦੋਸ਼ ਲੱਗੇ ਆ, ਉਸ ਟਾਈਮ ਤਾਂ ਕਦੀ ਸਮਝੌਤਾ ਨਹੀਂ ਤੋੜਿਆ, ਨਾਲੇ ਸੀਗਾ ਕਿੰਨੀਆਂ ਬੇਅਦਬੀਆਂ ਹੋਈਆਂ, ਗੋਲੀ ਕਾਂਡ ਵੀ ਹੋਇਆ। ਸਮਝੌਤਾ ਉਦੋਂ ਜੇ ਉਹਨਾਂ ਨੂੰ ਲੱਗਦਾ ਸੀਗਾ, ਤਾਂ ਅੱਜ ਤੁਸੀਂ ਦੇਖੋ, ਇਹ ਵੀ ਸਾਰੇ ਮੈਂ ਸਮਝਦਾ ਕਿ ਅਕਾਲੀ ਦਲ ਤੇ ਜਾਣ ਬੁੱਝ ਕੇ ਜਿਹੜੀ ਹੈਗੀ ਆ ਪੰਜਾਬ ਦੀ ਜਿਹੜੀ ਇੱਕ ਕਾਂਗਰਸ ਦੀ ਜਿਹੜੀ ਬੀ ਟੀਮ ਆ, ਆਮ ਆਦਮੀ ਪਾਰਟੀ, ਇਹਨਾਂ ਨੇ ਆਪਣੀ ਸਰਕਾਰ ਬਣਾਉਣ ਲਈ ਪੰਜਾਬ 'ਚ ਜ਼ਹਿਰ ਘੋਲਿਆ, ਝੂਠੇ ਕੇਸ ਦਰਜ ਕੀਤੇ, ਔਰ ਜਿਹੜੀ ਹੈਗੀ ਆ ਇਹ ਸਾਰੀ ਜਿਹੜੀ ਹੈਗੀ ਆ ਇਹਨਾਂ ਨੇ ਆਪਣੀ ਇਲਜ਼ਾਮਬਾਜ਼ੀ ਲਾਉਣ ਲਈ ਇਹ ਸਾਰੀਆਂ ਬੇਅਦਬੀਆਂ ਜਿਹੜੀਆਂ ਹੈਗੀਆਂ, ਮੈਂ ਸਮਝਦਾ ਕਿ ਜੇ ਕੋਈ ਚੰਗੀ ਜਾਂ ਡੂੰਘੀ ਜਾਂ ਕੀਤੀ ਜਾਵੇ ਤਾਂ ਇਹਨਾਂ ਦੇ ਜਿਹੜੀ ਤੁਸੀਂ ਪਿੱਛੇ ਦੇਖੋ, ਇੱਕ ਬਾਈਬਲ ਦੀ ਬੇਅਦਬੀ ਹੋਈ ਸੀਗੀ, ਉਹਦੇ 'ਚ ਇਹਨਾਂ ਦਾ ਦਿੱਲੀ ਦਾ ਐਮਐਲਏ ਫੜਿਆ ਗਿਆ। ਔਰ ਅਗਲੀ ਗੱਲ ਕਿ ਅੱਜ ਕਾਂਗਰਸ ਵਾਲੇ ਵੀ ਸਾਡੇ ਤੇ ਇਲਜ਼ਾਮ ਲਾਉਂਦੇ ਕਿ ਬੇਅਦਬੀਆਂ ਕੀਤੀਆਂ। 3.5 ਸਾਲ ਕਾਂਗਰਸ ਪਾਰਟੀ ਨੂੰ ਜਿਹੜਾ ਹੈਗਾ ਪੰਜਾਬ ਸਰਕਾਰ ਬਣੀ ਨੂੰ ਹੋ ਗਈ। ਕੀ ਕਦੇ ਅਕਾਲੀ ਦਲ ਨੇ ਕਿਸੇ ਕਾਂਗਰਸੀ ਨੂੰ ਰੋਕਿਆ ਬਈ ਸਾਨੂੰ ਗ੍ਰਿਫਤਾਰ ਨਾ ਕਰੋ? ਅੱਜ ਤੱਕ 3.5 ਸਾਲ 'ਚ ਪਹਿਲਾਂ CBI ਦੀ ਇਨਕੁਆਇਰੀ ਚੱਲਦੀ ਸੀ, ਪਰ ਅਮਰਿੰਦਰ ਸਿੰਘ ਨੇ ਸਿੱਟ ਬਣਾਈ। ਸਿੱਟ ਅੱਜ ਤੱਕ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕਿਸੇ ਕੇਸ 'ਚ ਨਾਂ ਨਹੀਂ ਲਿਆ ਸਕੀ ਹੈਗੀ, ਕਿਉਂਕਿ ਜੇ ਸਰਦਾਰ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਨੇ ਬੇਅਦਬੀਆਂ ਕੀਤੀਆਂ ਹੁੰਦੀਆਂ ਤਾਂ ਸਿੱਟ ਨੇ ਤਾਂ ਸਭ ਤੋਂ ਪਹਿਲਾਂ ਇਹਨਾਂ ਦਾ ਨਾਂ ਲੈ ਕੇ ਆਉਣਾ ਸੀਗਾ। ਸਿੱਟ ਬਣਾਈ ਤਾਂ ਇਸ ਕਰਕੇ ਸੀ ਨਾ ਬਈ ਜਿਹੜੀਆਂ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਨੂੰ ਔਰ ਸੁਖਬੀਰ ਸਿੰਘ ਬਾਦਲ ਨੂੰ ਉਲਝਾ ਕੇ ਜਿਹੜਾ ਅਕਾਲੀ ਦਲ ਨੂੰ ਖਤਮ ਕੀਤਾ ਜਾਵੇ। 3.5 ਸਾਲ 'ਚ ਉਹ ਜਿਹੜੇ ਹੈਗੇ ਆ ਉਹ ਨਹੀਂ ਸਿੱਧ ਕਰ ਸਕੇ ਹੈਗੇ। CBI ਤਾਂ ਇੱਕ ਪਾਸੇ CBI ਦੀ ਵੱਡੀ ਏਜੰਸੀ ਆ, ਉਹਨੇ ਕੀਤਾ, ਪਰ ਜਿਹੜੀ ਇਹਨਾਂ ਨੇ ਇੱਕ ਟੈਨਸ਼ਨ ਨਾਲ ਬਣਾਈ ਸੀਗੀ ਵੀ ਅਸੀਂ ਅਕਾਲੀ ਦਲ ਨੂੰ ਡੀਫੇਮ ਕਰਨ ਲਈ, ਬਦਨਾਮ ਕਰਨ ਲਈ ਇੱਕ ਸਿੱਟ ਬਣਾਈਏ ਜਿਹਦੇ ਸਾਡੇ ਅਫਸਰ ਹੋਣ, ਸਾਡੇ ਅਫਸਰ ਆ ਕੇ ਅਕਾਲੀ ਦਲ ਨੂੰ ਵਿੱਚ ਜਿਹੜਾ ਹੈਗਾ ਉਹ ਕਰਨ, ਉਹ ਵੀ ਸਿੱਧ ਨਹੀਂ ਕਰ ਸਕੇ ਹੈਗੇ। ਫਿਰ ਅਸੀਂ ਕਿੱਦਾਂ ਕਹਿ ਦਈਏ ਵੀ ਅਕਾਲੀ ਦਲ ਨੇ ਬੇਅਦਬੀ, ਅਕਾਲੀ ਦਲ ਦੀ ਸਰਕਾਰ 'ਚ ਬੇਅਦਬੀਆਂ ਹੋਈਆਂ, ਅਸੀਂ ਮੰਨਦੇ ਹਾਂ। ਉਸ ਵੇਲੇ ਜਿਹੜੀ ਅਕਾਲੀ ਦਲ ਦੀ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਹੈਗੀ, ਉਹ ਵੀ ਕੋਈ ਚੰਗਾ ਕੰਮ ਨਹੀਂ ਕੀਤਾ। ਇਕਬਾਲ ਸਿੰਘ ਲਾਲਪੁਰਾ ਦੇ ਖਿਲਾਫ ਜਿਹੜੇ ਤੁਸੀਂ ਦੋਸ਼ ਲਾ ਰਹੇ ਹੋ, ਕਿੰਨੀ ਦੇਰ ਤੋਂ ਜਾਣਦੇ ਹੋ ਉਹਨਾਂ ਨੂੰ, ਅਤੇ ਦੋਸ਼ਾਂ ਬਾਰੇ ਕਿੰਨੀ ਦੇਰ ਤੋਂ ਤੁਹਾਨੂੰ ਪਤਾ ਸੀ ਜਿਹੜੀ ਅੱਜ ਗੱਲ ਕਰ ਰਹੇ ਹੋ? ਮੈਂ ਤਾਂ ਜੀ, ਮੈਨੂੰ ਪਹਿਲਾਂ ਇਕਬਾਲ ਸਿੰਘ ਲਾਲਪੁਰਾ ਬਾਰੇ ਬਹੁਤਾ ਪਤਾ ਨਹੀਂ ਸੀਗਾ, ਪਰ ਜਦੋਂ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਟੈਲੀਵਿਜ਼ਨ ਨੂੰ ਆਪਣੀ ਦਿੱਤੇ ਇੰਟਰਵਿਊ ਜਿਹੜੀ ਹੈਗੀ ਆ, ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਉਹਦੇ 'ਚ ਵੀ ਇਹਨਾਂ ਨੇ ਸਾਰੀ ਜਿਹੜੀ ਹੈਗੀ ਆ, ਤੁਹਾਨੂੰ ਇੱਕ ਮਿੰਟ ਜਰਾ, ਕਿੱਥੇ ਗਿਆ ਜੀ, ਇੱਕ ਮਿੰਟ,
ਇੱਕ ਹੈਗੀ ਜੀ ਇੰਟਰਵਿਊ ਇਹਨਾਂ ਨੇ ਦਿੱਤੀ ਹੋਈ ਆ ਜੀ। ਤੁਸੀਂ ਦੱਸ ਦਿਓ ਕੋਈ ਨਹੀਂ। ਹਾਂ, ਉਹ ਜਿਹੜੀ ਪੰਜਾਬ ਟੈਲੀਵਿਜ਼ਨ ਇੰਟਰਵਿਊ ਦਿੱਤੀ ਆ, ਉਹਦੇ ਵਿੱਚ ਇਹਨਾਂ ਨੇ ਜਿਹੜੀ ਹੈਗੀ ਆ, ਜਦੋਂ ਇਹਨਾਂ ਨੇ ਕੀਤਾ ਕਿ ਮੈਂ ਸੰਤ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰਨੀ ਆ, ਗੋਲੀ ਚੱਲੀ ਆ, ਮੈਂ ਉੱਥੇ ਪੁਲਿਸ ਅਫਸਰ ਆ, ਮੈਂ ਦਰਬਾਰ ਸਾਹਿਬ ਤੋਂ ਟਵਾਲ ਸਾਹਿਬ ਨੂੰ ਜਿਹੜੇ ਹੈਗੇ ਆ ਉੱਥੇ ਗੋਲੀਬਾਰੀ ਦੇ ਵਿੱਚ ਮਾਰੇ ਗਏ ਸੀ, ਮੈਂ ਉਹਨਾਂ ਨੂੰ ਲੈ ਕੇ ਆਇਆ ਜਾ ਕੇ। ਉਹ ਫਿਰ ਜਦੋਂ ਮੈਨੂੰ ਇਹ ਗੱਲਾਂ ਪਤਾ ਲੱਗੀਆਂ, ਫਿਰ ਮੈਂ ਆਪਣੇ ਸੱਜਣਾ ਮਿੱਤਰਾਂ ਨੂੰ ਅੰਮ੍ਰਿਤਸਰ 'ਚ ਵੀ ਕੰਟੈਕਟ ਕੀਤਾ ਬਈ ਯਾਰ ਇਹਦੇ ਬਾਰੇ ਦੱਸੋ। ਉਹ ਕਹਿੰਦੇ ਜੀ ਇਹ ਸਭ ਤੋਂ ਬਦਨਾਮ ਅਫਸਰ ਤਾਂ, ਇਸ ਕਰਕੇ ਫਿਰ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਇਹਦੇ ਆਹ ਕਾਲੇ ਕਾਰਨਾਮੇ ਆ, ਤਾਂ ਜਿਹੜੀ ਹੈਗੀ ਮੈਂ ਉਹ ਕੀਤੀ। ਤੁਸੀਂ ਹੋਰ ਦੇਖੋ, ਇਹ ਤੋਂ ਬੜੀ ਸ਼ਰਮ ਦੀ ਗੱਲ ਆ ਜਿਹੜੀ ਹੈਗੀ ਆ, ਉਹ ਇੰਟਰਵਿਊ ਜਿਹੜੀ ਦਿੱਤੀ ਆ, ਉਹ ਇੰਟਰਵਿਊ ਦਿੱਤੀ ਗਈ ਜਿਹੜੀ ਹੈਗੀ ਆ, ਉਹਦੇ 'ਚ ਪੱਤਰਕਾਰ ਇਹ ਕਹਿ ਰਿਹਾ ਕਿ ਲਾਲਪੁਰਾ ਸਾਹਿਬ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਗੁਰੂ ਮਹਾਰਾਜ ਦੀ ਤਾਬਿਆ ਬੈਠੇ ਹੋ, ਤਾਬਿਆ ਬੈਠ ਕੇ ਵੀ ਤੁਸੀਂ ਮੇਰੇ ਨਾਲ ਇੰਟਰਵਿਊ ਟੈਲੀਫੋਨ ਤੇ ਕੀਤੀ। ਇਸ ਤੋਂ ਵੱਡੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੋ ਸਕਦੀ, ਗੁਰਬਾਣੀ ਦਾ ਕੋਈ ਨਰਾਦਰ ਨਹੀਂ ਹੋ ਸਕਦਾ। ਰਹਿਤਨਾਮਿਆਂ 'ਚ ਦਰਜ ਆ ਕਿ ਜਦੋਂ ਕੋਈ ਵੀ ਸੱਜਣ ਜਿਹੜਾ ਹੈਗਾ, ਚਾਹੇ ਇੱਕ ਆਮ ਸਧਾਰਨ ਸਿੱਖ ਆ, ਭਾਵੇਂ ਕੋਈ ਰੁਤਬਾ ਰੱਖਦਾ, ਕੋਈ ਵੀ ਰੱਖਦਾ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਦਾ, ਉਹਦੇ ਕੋਲ ਉਹ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਤੇ ਕਥਾ ਵਿਚਾਰ ਤੇ ਬਾਹਰ ਕੋਈ ਗੱਲ ਨਹੀਂ ਕਰ ਸਕਦਾ। ਇਹਨਾਂ ਨੇ ਤਾਂ ਸ਼ਰਮੇ ਲਾਤੀ, ਸਾਰੀਆਂ ਹੱਦਾਂ ਹੀ ਤੋੜਤੀਆਂ ਬਈ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਜਿਹੜਾ ਹੈਗਾ। ਇਹਨਾਂ ਨੇ ਇੱਕ ਚੈਨਲ ਨੂੰ ਇੰਟਰਵਿਊ ਦਿੱਤੀ। ਮੈਂ ਤਾਂ ਇਸ ਮਸਲੇ ਨੂੰ ਵੀ ਅਸੀਂ ਜਲਦੀ ਅਕਾਲ ਤਖ਼ਤ ਸਾਹਿਬ 'ਤੇ ਵੀ ਲੈ ਕੇ ਜਾਵਾਂਗੇ ਔਰ ਉਹਨਾਂ 'ਤੇ ਮੰਗ ਵੀ ਕਰਾਂਗੇ ਬਈ ਇਹਨਾਂ ਨੂੰ ਤਲਬ ਕੀਤਾ ਜਾਵੇ। ਗੁਰਬਾਣੀ ਦਾ ਘੋਰ ਨਰਾਦਰ ਕੀਤਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਯਾਰ ਮੈਂ ਤਾਂ ਇਹ ਵੀ ਮੰਗ ਕਰਨੀ ਆ ਕਿ ਇਹ RSS ਦੇ ਏਜੰਟ ਜਿਹੜੇ ਹੁਣ ਸ਼ਰੇਆਮ ਨੰਗੇ ਹੋ ਗਏ, BJP ਦੇ ਨੈਸ਼ਨਲ ਸਪੋਕਸਮੈਨ ਬਣ ਕੇ, ਅੱਜ ਇਹ ਕਈ ਸਿੱਖ ਸੰਸਥਾਵਾਂ ਦੇ ਵਿੱਚ ਮੈਂਬਰ ਵੀ ਬਣੇ ਹੋਏ ਆ, ਕਿ ਕਈ ਸਿੱਖ ਸੰਸਥਾਵਾਂ ਦੇ ਪ੍ਰਧਾਨ ਵੀ ਬਣੇ ਆਪਣੇ ਆਪ ਨੂੰ ਸ਼ੋਅ ਕਰਕੇ। ਉਹਨਾਂ ਨੂੰ ਵੀ ਅਸੀਂ ਜਿਹੜੀ ਹੈਗੀ ਮੰਗ ਕਰਦੇ ਵੀ ਇਹਨੂੰ ਜਲਦੀ ਤੋਂ ਜਲਦੀ ਸੰਸਥਾਵਾਂ ਤੋਂ ਬਾਹਰ ਕੀਤਾ ਜਾਵੇ, ਤਾਂ ਕਿ ਜਿਹੜੇ RSS ਦੇ ਲੋਕ ਆ ਉਹ ਸਾਡੀਆਂ ਸੰਸਥਾਵਾਂ 'ਤੇ ਕਬਜ਼ੇ ਨਾ ਕਰ ਸਕਣ। ਇਕਬਾਲ ਸਿੰਘ, ਲਾਲਪੁਰਾ ਨਾਲ ਕੋਈ ਜ਼ਮੀਨ ਜਮੂਨ ਸਾਂਝੀ ਹੈ ਤੁਹਾਡਾ, ਜਾਂ ਬਿਜ਼ਨਸ ਸਾਂਝਾ ਕੋਈ? ਕੀ ਦੁਸ਼ਮਣੀ ਕੀ ਹੈ ਤੁਹਾਡੀ, ਕੀ ਚੱਕਰ ਕੀ ਆ ਜਿਹੜਾ ਇੱਕ ਦੂਜੇ ਦੇ ਖਿਲਾਫ ਇੰਨਾ ਜ਼ਹਿਰ ਉਗਲਿਆ ਜਾ ਰਿਹਾ? ਮੇਰੀ ਜੀ ਸਰਦਾਰ ਇਕਬਾਲ ਸਿੰਘ ਲਾਲਪੁਰਾ ਨਾਲ ਨਾ ਕੋਈ ਜ਼ਮੀਨ ਦੀ ਲੜਾਈ ਆ, ਨਾ ਕੋਈ ਨਿੱਜੀ ਲੜਾਈ ਆ। ਮੈਂ ਤਾਂ ਇਹਨਾਂ ਦਾ ਸਤਿਕਾਰ ਕਰਦਾ ਰਿਹਾ, 10 ਸਾਲ ਹੋ ਗਏ ਇਹਨਾਂ ਨੂੰ ਰਿਟਾਇਰਮੈਂਟ ਦੇ ਬਾਅਦ ਵਿਚਰਦੇ ਨੂੰ। ਮੇਰੀ ਤਾਂ ਜਦੋਂ ਮੈਂ ਉਹ ਆਡੀਓ ਦੇਖੀ, ਗੱਲਾਂ ਸੁਣੀਆਂ ਇਹਨਾਂ ਦੀਆਂ, ਉਸ ਵੇਲੇ ਮੇਰੇ ਜ਼ਿਹਨ 'ਚ ਇਹ ਗੱਲ ਆਈ ਵੀ ਇਹ ਤਾਂ ਬੰਦਾ ਬੜਾ ਜਿਹੜਾ ਸਿੱਖੀ ਦਾ ਕਾਤਲ ਲੋਕ ਹੈ। ਇਹ ਸਿੱਖ ਜਿਹੜੇ ਹੈਗੇ ਆ, ਸਿੱਖ ਚਿਹਰੇ ਬਣ ਕੇ ਜਿਹੜੇ ਹੈਗੇ ਆ ਲੋਕਾਂ 'ਚ ਘੁੰਮ ਰਹੇ ਆ। ਮੈਂ ਲੋਕਾਂ ਨੂੰ ਸੁਚੇਤ ਕਰ ਰਿਹਾ, ਨਾ ਕਿ ਮੇਰੀ ਇਸ ਇਕਬਾਲ ਸਿੰਘ, ਮੈਂ ਬਾਰ-ਬਾਰ ਕਹਿ ਰਿਹਾ ਨਿੱਜੀ ਕੋਈ ਦੁਸ਼ਮਣੀ ਨਹੀਂ, ਕੋਈ ਜ਼ਮੀਨ ਦੀ ਨਹੀਂ, ਕੁਛ ਨਹੀਂ ਹੈਗੀ। ਇਹਨਾਂ ਦੇ ਬੇਟੇ ਨੇ ਵੀ ਮੇਰੇ 'ਤੇ ਦੋਸ਼ ਲਾਏ, ਇਹ ਬਖਲਾਹਟ 'ਚ ਆ ਰਹੇ ਆ। ਇਹਨਾਂ ਦੇ ਬੇਟੇ ਕੋਲ ਮੈਂ ਇੱਕ ਇਲਜ਼ਾਮ ਇਹ ਲਾਇਆ ਸੀ ਕਿ ਇੱਕ ਪੁਲਿਸ ਅਫਸਰ ਜਿਹੜਾ ਹੈਗਾ SSP ਰਿਹਾ ਹੋਵੇ, ਕਿਸੇ ਪੁਲਿਸ ਅਫਸਰ ਦੇ ਮੇਰਾ ਖਿਆਲ ਅੱਜ ਤੱਕ 10 ਜਹਾਜ਼ ਨਹੀਂ ਬਣੇ ਹੋਣੇ। ਇਹਨਾਂ ਦੇ ਕੋਲ 10 ਜਹਾਜ਼ ਹੈਗੇ ਆ। ਉਹ ਜਹਾਜ਼ ਕਿੱਥੋਂ ਆਏ? ਕੀ ਸਾਡੇ ਵੀ ਤਾਂ ਘਰਾਂ 'ਚ ਸਰਕਾਰੀ ਨੌਕਰ ਆ, ਤੁਹਾਡੇ ਘਰਾਂ 'ਚ ਵੀ ਸਰਕਾਰੀ ਨੌਕਰ ਹੋਣਗੇ। ਕਿਸੇ ਦੇ ਜਹਾਜ਼ ਨਹੀਂ ਬਣੇ, ਕਿਸੇ ਪੁਲਿਸ ਅਫਸਰ ਜਹਾਜ਼ ਨਹੀਂ ਬਣੇ। ਜੇ ਇਹਨਾਂ ਨੇ 2 ਨੰਬਰ ਦੇ ਪੈਸੇ ਇਕੱਠੇ ਕੀਤੇ, ਉਹ 2 ਨੰਬਰ ਦੇ ਪੈਸਿਆਂ ਨੂੰ ਉਧਰ ਬਿਜ਼ਨਸ ਪਾਰਟਨਰ ਲੱਭ ਕੇ ਉਹਨਾਂ ਨਾਲ ਰਲ ਕੇ ਜਿਹੜੀ ਹੈਗੀ ਇਨਵੈਸਟਮੈਂਟ ਕੀਤੀ ਆ। ਇਹਨਾਂ ਨੇ ਮੇਰੇ 'ਤੇ ਇਲਜ਼ਾਮ ਲਾਏ ਸੀਗੇ ਜੀ। ਇਹਨਾਂ ਦੇ ਬੇਟੇ ਨੇ, ਤੁਸੀਂ ਸੁਣ ਲਿਓ, 1.25 ਘੰਟਾ ਇਹਨਾਂ ਦੇ ਬੇਟੇ ਨੇ। ਇਹਨਾਂ ਦੇ ਬੇਟੇ ਦੇ ਨਾਲ ਵੀ ਗੱਲ ਹੋਈ ਸੀ, ਉਹਨਾਂ ਨੇ ਕਈ ਸਵਾਲ ਕੀਤੇ ਸੀ। ਉਹ ਕਹਿੰਦੇ ਸਾਨੂੰ ਹਾਈ ਕਮਾਂਡ ਤੋਂ ਇਹ ਵੀ ਸਾਡੇ ਲੈਵਲ ਦੇ ਹੈ ਨਹੀਂ, ਅਸੀਂ ਇਹਨਾਂ ਦੇ ਸਵਾਲਾਂ ਦੇ ਜਵਾਬ ਦਈਏ, ਵੀ ਆਪਣੀ ਹਾਈ ਕਮਾਂਡ ਤੋਂ ਸਾਨੂੰ ਸਵਾਲਾਂ ਦੇ ਜਵਾਬ ਲੈ ਕੇ ਦੇਣ। ਤੁਸੀਂ ਸੁਣੀ ਹੋਣੀ ਵੀਡੀਓ, ਕੀ ਕਹਿਣਾ ਚਾਹੁੰਦੇ ਹੋ? ਮੈਂ ਕਿਹਾ ਜੀ ਫਿਰ ਇਦੋਂ ਬੜਾ ਝੂਠ ਕਿਹੜਾ ਬੋਲਦੇ ਆ ਇਹ ਜਿਹੜੇ ਹਾਈ ਕਮਾਂਡ ਜਵਾਬ ਲੈ ਕੇ ਦੇਣ ਜੀ। ਇਹਨਾਂ ਨੇ ਸਵਾਲ ਤਾਂ 1 ਘੰਟਾ 14 ਮਿੰਟ 16 ਸੈਕਿੰਡ ਦੀ ਜਿਹੜੀ ਹੈਗੀ ਆ, ਉਹਨਾਂ ਨੇ ਆਪਣੇ ਚੈਨਲ 'ਤੇ ਉੱਤੇ ਸਾਰੇ ਗਰੁੱਪਾਂ ਨੂੰ ਲਾਈਵ ਕਰਕੇ ਇੰਟਰਵਿਊ ਦਿੱਤੀ ਆ। ਉਹਨਾਂ ਨੇ ਮੇਰੇ 'ਤੇ ਸਿੱਧਾ ਦੋਸ਼ ਲਾਇਆ ਸੀ ਵੀ ਜਿਹੜਾ ਹੈਗਾ ਜੀ ਇਹਦੇ ਕੋਲ ਟਰਾਲੇ ਹੈਗੇ ਆ, ਇਹ ਟਰਾਂਸਪੋਰਟਰ ਆ। ਮੈਂ ਹੈਗਾ, ਮੈਂ ਮੁੱਕਰਦਾ ਨਹੀਂ ਹੈਗਾ। ਮੇਰੇ ਟਰਾਲੇ ਅੰਬੂਜਾ ਸੀਮੈਂਟ ਫੈਕਟਰੀ ਦਾ ਮੇਰੇ ਨਾਲ ਜਿਹੜਾ ਹੈਗਾ ਸਿੱਧਾ ਮੇਰੇ ਨਾਲ ਉਹਨਾਂ ਦਾ ਕੰਟਰੈਕਟ ਹੋਇਆ ਵਾ, ਅਸੀਂ ਉਹਨਾਂ ਦਾ ਸੀਮੈਂਟ ਢੋਣੇ ਆ। ਜਿਹੜੇ ਮੇਰੇ ਟਰਾਲੇ ਆ ਉਹਦੇ ਬਾਰੇ ਮੈਂ ਇਹਨਾਂ ਨੂੰ ਇਕਬਾਲ ਸਿੰਘ ਹੁਣ ਲਾਲਪੁਰ ਨੰਬਰ ਚਾਹੀਦੇ, ਉਹਨਾਂ ਦੇ ਮੈਂ RCਆਂ ਲੈ ਲਓ, ਉਹਨਾਂ ਜਾ ਕੇ ਬੈਂਕਾਂ 'ਚ ਪਤਾ ਕਰ ਲਓ ਕਿ ਫਾਈਨੈਂਸ ਹੋਏ ਕਿ ਨਹੀਂ ਹੋਏ। 100% ਜਿਹੜੀ ਹੈਗੀ ਆ ਪੇਮੈਂਟ ਦੇ ਉੱਤੇ ਜਿਹੜੇ ਫਾਈਨੈਂਸ ਹੋਏ ਵੀ, ਇਹ ਕਿਹੜੀ ਬਿਜ਼ਨਸ ਦਾ ਕੋਈ ਕਰਦਾ। ਮੈਂ ਇਕਬਾਲ ਸਿੰਘ ਲਾਲਪੁਰ ਇੱਕ ਚੈਲੰਜ ਕਰਦਾ ਕਿ ਮੈਂ 2004 ਤੋਂ ਲੈ ਕੇ 2011 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਰਿਹਾ। ਮੇਰੇ ਸਮੇਂ ਦੇ ਵਿੱਚ
7 ਸਾਲ ਦੇ ਵਿੱਚ ਇੱਕ ਵੀ ਕੋਈ ਘਪਲਾ ਕੇਸਗੜ੍ਹ ਸਾਹਿਬ ਦਾ ਇਹ ਸਾਬਤ ਕਰ ਦੇਣ। ਮੈਂ ਕਦੇ ਸ਼੍ਰੋਮਣੀ ਗੁਰਦੁਆਰਾ ਕਮੇਟੀ 'ਚ ਰਹਿੰਦੇ ਹੋਏ 1 ਰੁਪਈਆ ਕੋਈ ਗੁਰਦੁਆਰਾ ਪ੍ਰਬੰਧ 'ਚੋਂ ਲਿਆ ਹੋਵੇ, 1 ਰੁਪਈਆ ਕਦੇ ਕੋਈ ਆਪਣੇ ਡਰਾਈਵਰ ਆਪਣਾ ਕੋਲ ਲਿਆ ਹੋਵੇ, ਕਦੇ ਕੋਈ ਗੱਡੀ ਲਈ ਹੋਵੇ, ਕਦੇ ਕੋਈ ਮੀਟਿੰਗਾਂ ਜਦੋਂ ਸਾਡੀਆਂ ਹੁੰਦੀਆਂ ਸਬ ਕਮੇਟੀ ਦੀਆਂ ਮੀਟਿੰਗਾਂ ਹੁੰਦੀਆਂ, ਇਜਲਾਸ ਦੀਆਂ ਮੀਟਿੰਗਾਂ ਹੁੰਦੀਆਂ, ਕਦੇ ਮੈਂ ਕਿਸੇ ਸਰਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਡੀ ਵਰਤੀ ਹੋਵੇ, ਕਦੇ ਕੋਈ ਤੇਲ ਪਵਾਇਆ ਹੋਵੇ। ਮੈਂ ਜਿੱਥੇ ਇਹਨਾਂ ਦਾ ਦੇਣਦਾਰ ਹੋਊਗਾ ਉੱਥੇ ਸੰਗਤ ਦਾ ਦੇਣਦਾਰ ਵੀ ਹੋਊਗਾ, ਉੱਥੇ ਗੁਰੂ ਮਹਾਰਾਜ ਦੇਣਦਾਰ ਵੀ ਹੋਊਗਾ। ਅੱਜ ਤੱਕ ਮੈਂ 7 ਸਾਲ 'ਚ ਇਹ ਮੈਂ ਆਪ ਨਹੀਂ ਕੀਤਾ ਹੈਗਾ, ਇਹ ਮੇਰੇ ਤੇ ਸਤਿਗੁਰਾਂ ਦੀ ਕਿਰਪਾ ਰਹੀ ਆ, ਉਹਨਾਂ ਦਾ ਗੁਰੂ ਮਹਾਰਾਜ ਦਾ ਮੇਰੇ ਦੇ ਹੱਥ ਰਿਹਾ। ਇਸ ਕਰਕੇ ਮੈਂ ਜਿਹੜੇ ਨਿਰੰਤਰ ਸੇਵਾ ਜਿਹੜੀਆਂ ਹੈਗੀਆਂ ਗੁਰੂ ਦੇ ਭੈ ਵਿੱਚ ਰਹਿ ਕੇ, ਗੁਰੂ ਦੇ ਭੋਅ 'ਚ ਰਹਿ ਕੇ ਕੀਤੀਆਂ। ਹੁਣ ਜਿਹੜੇ ਬਾਕੀ ਕਿਸੇ ਨਾਲ ਹੋਰ ਸੰਬੰਧਿਤ ਹੈਗੇ ਆ, ਹੁਣ ਇਹ ਇਲਜ਼ਾਮ ਲਾਉਂਦੇ ਆ ਕਿ 2011 ਤੋਂ ਬਾਅਦ ਕੇਸਗੜ੍ਹ ਸਾਹਿਬ ਐਂ ਹੋ ਗਿਆ, ਫਲਾਣੇ ਦੀ ਗੱਡੀ ਖੋਲੀ, ਉਹਦੇ ਜਵਾਬ ਤਾਂ ਉਹਨਾਂ ਕੋਲੋਂ ਲੈਣੇ ਬਣਦੇ। ਉਹ ਗੋਗੀ ਦੇਣ ਦਾ ਉਹਨਾਂ ਜਵਾਬ ਕੋਈ ਪਾਬੰਦ ਨਹੀਂ। ਲਾਲਪੁਰਾ ਸਾਹਿਬ ਜਿਹੜੇ ਤੁਹਾਨੂੰ ਕੋਈ ਹੋਰ ਲੱਗਦਾ ਕਿ ਮੇਰੇ ਉੱਤੇ ਕੋਈ ਇਲਜ਼ਾਮ ਹੈਗੇ ਆ, ਮੇਰੇ ਨਾਲ ਬੈਠ ਕੇ ਡਿਬੇਟ ਕਰ ਲਓ। ਲਾਲਪੁਰਾ ਸਾਹਿਬ ਨੇ ਅੰਡ ਦੇ ਵਿੱਚ ਗੱਲ ਕਹੀ ਹੈ ਕਿ ਗੋਗੀ ਵੱਲੋਂ ਜਿਹੜੇ ਬੇਬੁਨਿਆਦ ਝੂਠੇ ਦੋਸ਼ ਲਗਾਏ ਗਏ ਆ, ਉਹਦੇ ਤਹਿਤ ਉਹਨਾਂ ਦੇ ਤੁਹਾਡੇ ਖਿਲਾਫ ਮਾਨਹਾਨੀ ਦਾ ਮੁਕੱਦਮਾ ਦਰਜ ਕਰਨਗੇ। ਕਿਵੇਂ ਦੇਖਦੇ ਹੋ ਤੁਸੀਂ? ਮੈਂ ਕਿਹਾ ਜੀ, ਮੈਂ ਲਾਲਪੁਰਾ ਸਾਹਿਬ ਦੇ ਇਸ ਬਿਆਨ ਦਾ ਸਵਾਗਤ ਕਰਦਾ। ਲਾਲਪੁਰਾ ਸਾਹਿਬ, ਮੈਂ ਬਾਰ-ਬਾਰ ਤੁਹਾਨੂੰ ਗੱਲ ਕਹਿ ਰਿਹਾ, ਮੈਂ ਇੱਕ ਪਰਸੋਂ 4 ਮਿੰਟ ਦੀ ਵੀਡੀਓ ਵੀ ਲਾਲਪੁਰਾ ਸਾਹਿਬ ਤੁਹਾਨੂੰ ਵੀ ਭੇਜੀ ਸੀਗੀ, ਜਿਹੜੇ ਹੈਗੇ ਆ ਤੁਹਾਡੇ ਗਰੁੱਪਾਂ 'ਚ ਪਾਈ ਸੀਗੀ ਕਿ ਮੇਰਾ ਤੁਹਾਡਾ ਤਾਂ ਮੇਰੇ ਕੋਲ ਨੰਬਰ ਹੀ ਨਹੀਂ ਹੈਗਾ, ਇਸ ਕਰਕੇ ਮੈਂ ਤੁਹਾਨੂੰ ਭੇਜ ਕਿੱਦਾਂ ਸਕਦਾ ਸੀ। ਔਰ ਜਿਹੜੀ ਹੈਗੀ ਆ, ਮੈਂ ਉਹਦੀ ਬੜਾ ਸਪਸ਼ਟ ਤੌਰ 'ਤੇ ਗੱਲ ਕਹੀ ਆ ਵੀ ਲਾਲਪੁਰਾ ਸਾਹਿਬ ਸਮਾਂ ਵੇਸਟ ਨਾ ਕਰੋ, ਛੇਤੀ ਜਲਦੀ ਤੋਂ ਜਲਦੀ ਜਿੰਨੀ ਹੋ ਸਕਦਾ ਮਾਣਹਾਨੀ ਦਾ ਕੇਸ ਪਾਓ, ਤਾਂ ਕਿ ਆਪਾਂ ਜਿਹੜੀ ਹੈਗੀ ਆ ਤੁਹਾਡੇ ਜਿਹੜੇ ਜੋ ਤੁਸੀਂ ਕਾਰਨਾਮੇ ਕੀਤੇ ਹੋਏ ਆ ਉਹਨਾਂ ਨੂੰ ਹੋਰ ਵਧੀਆ ਤਰੀਕੇ ਨਾਲ ਉਜਾਗਰ ਕਰ ਸਕੀਏ। ਇਸ ਕਰਕੇ ਲਾਲਪੁਰਾ ਸਾਹਿਬ ਨੂੰ ਮੈਂ ਫੇਰ ਬੇਨਤੀ ਕਰਦਾ ਵੀ ਲਾਲਪੁਰਾ ਸਾਹਿਬ ਸਮਾਂ ਬਰਬਾਦ ਨਾ ਕਰੋ। ਜੇ ਸਮਾਂ ਲੰਘ ਗਿਆ ਤਾਂ ਕਹਿੰਦੇ ਇੱਕ ਵਾਰੀ ਸਮਾਂ ਲੰਘਿਆ ਮੁੜ ਕੇ ਹੱਥ ਨਹੀਂ ਆਉਂਦਾ ਹੈਗਾ। ਤੁਸੀਂ ਮਾਣਹਾਨੀ ਦਾ ਕੇਸ, ਇਹ ਇੱਕ ਪੁਲਿਸ ਦਾ ਇੱਕ ਹਥਿਆਰ ਹੁੰਦਾ, ਮੈਂ ਤੇਰੇ 'ਤੇ ਫਲਾਣਾ ਕੇਸ ਦਰਜ ਕਰ ਦੂੰਗਾ, ਮੈਂ ਤੇਰੇ 'ਤੇ ਉਹ ਕਰ ਦੂੰਗਾ ਵੀ ਤਾਂ ਕਿ ਬੰਦਾ ਡਰ ਜਾਵੇ। ਆਪਾਂ ਡਰਨੇ ਵਾਲੇ ਨਹੀਂ ਹੈਗੇ। ਲਾਲਪੁਰਾ ਸਾਹਿਬ ਖੁੱਲ੍ਹੀ ਛੁੱਟੀ ਆ, ਜਿਹੜੇ ਫੋਰਮ 'ਤੇ ਜੇ ਚੈਨਲਾਂ ਦੇ ਫੋਰਮ 'ਤੇ ਡਿਬੇਟ ਕਰਨੀ ਤਾਂ ਕਰ ਲਓ, ਅਦਾਲਤਾਂ 'ਚ ਜਾ ਕੇ ਕੇਸ ਪਾਉਣੇ ਪਾ ਲਓ। ਤੁਸੀਂ ਤਾਂ ਅਮੀਰ ਆਦਮੀ ਆ, ਤੁਸੀਂ 2 ਨੰਬਰ ਦੀਆਂ ਕਮਾਈਆਂ ਕਰੀਆਂ, ਤੁਸੀਂ ਵੱਡਾ ਵਕੀਲ ਕਰ ਲਿਓ, ਮੈਂ ਛੋਟਾ ਕਰ ਲੂੰਗਾ, ਪਰ ਡਰਨੇ ਪਿੱਛੇ ਨਹੀਂ ਹਟਣਾ, ਮਾਫੀ ਨਹੀਂ ਮੰਗਣੀ, ਕਿਉਂਕਿ ਇਲਜ਼ਾਮ ਸਹੀ ਆ, ਕੋਲੋਂ ਨਹੀਂ ਲਾਏ, ਇਹਨਾਂ ਨੇ ਆਪ ਕਬੂਲ ਕੀਤੇ ਹੋਏ ਆ, ਫਿਰ ਮੈਂ ਕਿੱਦਾਂ ਪਿੱਛੇ ਹਟ ਜਾਵਾਂ ਉਸ ਗੱਲ ਤੋਂ ਜੀ। ਸੋ ਇਹ ਸਨ ਗੁਰਿੰਦਰ ਸਿੰਘ ਗੋਗੀ, ਅਕਾਲੀ ਆਗੂ ਤੇ ਸਾਬਕਾ SGPC ਮੈਂਬਰ, ਜਿਨ੍ਹਾਂ ਨੇ BJP ਦੇ ਸਪੋਕਸਮੈਨ ਇਕਬਾਲ ਸਿੰਘ ਲਾਲਪੁਰਾ ਉੱਤੇ ਕਾਫੀ ਗੰਭੀਰ ਦੋਸ਼ ਲਗਾਏ ਹਨ। ਇਹ ਦੋਸ਼ ਇਹਨਾਂ ਦੇ ਹਨ, ਅਸੀਂ ਉਹਨਾਂ ਦੋਸ਼ਾਂ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਇਹਨਾਂ ਵੱਲੋਂ ਦੋਸ਼ ਲਗਾਏ ਗਏ ਹਨ ਸੱਚੇ ਹਨ ਜਾਂ ਝੂਠੇ ਹਨ, ਉਹ ਇਹਨਾਂ ਨੂੰ ਪਤਾ ਇਹ ਸਾਬਤ ਕਰਨਗੇ। ਫਿਲਹਾਲ ਅਸੀਂ ਇਹਨਾਂ ਦੋਸ਼ਾਂ ਦੀ ਪੁਸ਼ਟੀ ਨਹੀਂ ਕਰਦੇ, ਪਰੰਤੂ ਜਿਸ ਤਰ੍ਹਾਂ ਅਕਾਲੀ ਭਾਜਪਾ ਦਾ 9 ਮਾਸ ਦਾ ਰਿਸ਼ਤਾ ਟੁੱਟਿਆ ਹੈ, ਗੱਠਜੋੜ ਟੁੱਟਿਆ ਹੈ, ਉਸ ਤੋਂ ਬਾਅਦ ਲਗਾਤਾਰ ਅਕਾਲੀ ਭਾਜਪਾ ਦੇ ਲੀਡਰਾਂ ਵੱਲੋਂ ਇੱਕ ਦੂਜੇ ਤੇ ਸ਼ਬਦੀ ਹਮਲੇ, ਸਿਆਸੀ ਹਮਲੇ ਤੇਜ਼ ਕਰ ਦਿੱਤੇ ਗਏ ਹਨ। ਹੁਣ ਦੇਖਣਾ ਹੋਵੇਗਾ ਕਿ ਗੁਰਿੰਦਰ ਸਿੰਘ ਗੋਗੀ ਦੇ ਇਸ ਗੱਲਬਾਤ ਤੋਂ ਬਾਅਦ ਇਕਬਾਲ ਸਿੰਘ ਲਾਲਪੁਰਾ ਹੋਰਾਂ ਦਾ ਕੀ ਪੱਖ ਆਉਂਦਾ ਹੈ, ਕੀ ਕਹਿੰਦੇ ਇਹਨਾਂ ਦੇ ਦੋਸ਼ਾਂ ਨੂੰ ਲੈ ਕੇ, ਕਿਉਂਕਿ ਉਹਨਾਂ ਨੇ ਪਹਿਲਾਂ ਵੀ ਇੱਕ ਵੀਡੀਓ ਜਿਹੜੀ ਹੈਗੀ ਆ ਆਪਣੇ ਪੱਖ ਦੇ ਵਿੱਚ ਪਾਈ ਸੀ, ਉਹਨਾਂ ਦੇ ਬੇਟੇ ਵੱਲੋਂ ਵੀ ਪਾਈ ਸੀ, ਉਹ ਵੀ ਤੁਹਾਨੂੰ ਅਸੀਂ ਇਸ ਇੰਟਰਵਿਊ ਦੇ ਵਿੱਚ ਦਿਖਾਈ ਆ। ਤੇ ਹੁਣ ਤੁਸੀਂ ਫੈਸਲਾ ਕਰੋ, ਜੋ ਦੋਸ਼ ਲਗਾਏ ਗਏ ਹਨ ਇਹ ਦਰਸ਼ਕ ਜ਼ਰੂਰ ਦੇਖਦੇ ਹੋਣਗੇ ਕਿ ਦੋਸ਼ ਲਗਾਏ ਗਏ ਹਨ ਕੌਣ ਸਹੀ ਹੈ ਕੌਣ ਝੂਠਾ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ, ਕਿਉਂਕਿ ਇਹ ਸਿਆਸੀ ਦੋਸ਼ ਜਿਹੜੇ ਹੈ ਇਹ ਵੱਡੇ ਪੱਧਰ ਤੇ ਲਗਾਏ ਜਾ ਰਹੇ ਨੇ ਇੱਕ ਦੂਜੇ ਤੇ। ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਕੌਣ ਸੱਚਾ ਹੈ ਕੌਣ ਝੂਠਾ ਹੈ। ਰੂਪਨਗਰ ਤੋਂ ਆਕਾਸ਼ ਮਾਹੀ ਦੇ ਨਾਲ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।